सत श्री अकाल जी, मैं अजय बांसल इमीग्रेशन तो बांसल इमीग्रेशन पिछले बहुत समय तो मैलबर्न ਤੇ ਐਡਲੇਡ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਜੀ। ਹੁਣ ਅਸੀਂ ਵਿਕਟੋਰੀਆ ਦੇ ਸਾਊਥ ਈਸਟਰਨ ਪੈਕਨਮ ਵਿੱਚ ਵੀ ਬ੍ਰਾਂਚ ਓਪਨ ਕੀਤੀ ਹੈ। ਇਹਨਾਂ ਤਿੰਨਾਂ ਬ੍ਰਾਂਚਾਂ ਦੇ ਵਿੱਚ ਅਸੀਂ ਆਸਟ੍ਰੇਲੀਆ ਤੇ ਕੈਨੇਡਾ ਦੇ ਨਾਲ ਰਿਲੇਟਡ ਐਜੂਕੇਸ਼ਨ ਤੇ ਮਾਈਗ੍ਰੇਸ਼ਨ ਦੀਆਂ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਸਾਡੇ ਟਾਈਮਿੰਗਸ ਨੇ ਜੀ 10 ਵਜੇ ਤੋਂ 6 ਵਜੇ ਤੱਕ ਮੰਡੇ ਟੂ ਫਰਾਈਡੇ, ਜਿਹਦੇ ਤੁਸੀਂ ਇਨ ਪਰਸਨ ਜਾਂ ਬਾਈ ਫੋਨ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਈਮੇਲ ਜਾਂ ਸਾਡੇ ਵੈਬਸਾਈਟ ਦੇ ਥਰੂ ਵੀ ਕੰਟੈਕਟ ਕਰ ਸਕਦੇ ਹੋ। ਧੰਨਵਾਦ। ਮਾਈਗ੍ਰੇਸ਼ਨ ਐਂਡ ਐਜੂਕੇਸ਼ਨ। ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਡਿਫਰੈਂਟ ਇਨਕੁਆਇਰੀ ਹੈ ਤੇ ਤੁਸੀਂ ਸਾਨੂੰ ਉਹ ਵੀ ਸਵਾਲ ਕਰ ਸਕਦੇ ਹੋ ਅੱਜ ਦੇ ਲਾਈਵ ਪ੍ਰੋਗਰਾਮ ਦੇ। ਤੇ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸਾਰੇ IPTV ਬਾਕਸਿਸ ਤੇ ਸਾਡਾ ਲਾਈਵ ਪ੍ਰੋਗਰਾਮ ਅਵੇਲੇਬਲ ਆ, ਤੁਸੀਂ ਦੇਖ ਸਕਦੇ ਹੋ। ਇਸ ਦੇ ਨਾਲ ਹੀ ਜੇ ਤੁਸੀਂ ਪੰਜਾਬ TV ਦੀ ਜਿਹੜੀ ਐਪ ਹੈ ਡਾਊਨਲੋਡ ਕਰਦੇ ਹੋ ਤੇ ਤੁਸੀਂ ਜਿਹੜਾ ਅੱਜ ਦਾ ਲਾਈਵ ਪ੍ਰੋਗਰਾਮ ਜਿਹੜਾ ਦੇਖ ਸਕਦੇ ਹੋ। ਸੋ ਬਹੁਤਾ ਸਮਾਂ ਨਾ ਲੈਂਦੇ ਹੋਏ ਮੈਂ ਸਵਾਗਤ ਕਰਦੀ ਹਾਂ ਆਪਣੇ ਐਕਸਪਰਟਸ ਦਾ। ਸਤਿ ਸ਼੍ਰੀ ਅਕਾਲ ਅਜੇ ਜੀ। ਸਤਿ ਸ਼੍ਰੀ ਅਕਾਲ ਅਰੁਣ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀ ਫੋਰ ਯੂ ਤੇ ਤੁਹਾਡਾ। ਜਿਵੇਂ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਡਿਫਰੈਂਟ ਕੁਐਸਚਨ, ਫ੍ਰੀਕੁਐਂਟ ਆਸਕ ਕੁਐਸਚਨਸ, ਤੇ ਬਹੁਤ ਸਾਰੇ ਕੁਐਸਚਨਸ ਆ ਬਹੁਤ ਇਕੱਠੇ ਹੋਏ ਪਏ ਆ ਜਿਹੜੇ 1 ਬਾਈ 1 ਅਸੀਂ ਡਿਸਕਸ ਕਰਾਂਗੇ ਤਾਂ ਕਿ ਸਾਡੀ ਆਡੀਅנס ਵੱਲੋਂ ਕੋਈ ਵੀ ਉਲਾਮਾ ਜਿਹੜਾ ਨਾ ਰਹਿ ਜਾਏ। ਤੇ ਜਿਵੇਂ ਮੈਂ ਸਾਡੀ ਆਡੀਅנס ਨੂੰ ਪਹਿਲਾਂ ਹੀ ਦੱਸ ਦਿੱਤਾ ਸੀ, ਜੇ ਉਹਨਾਂ ਦੇ ਕੋਈ ਕੁਐਸਚਨਸ ਹੈ PR ਜਾਂ ਐਜੂਕੇਸ਼ਨ ਨੂੰ ਲੈ ਕੇ, ਉਹ ਸਾਨੂੰ ਜਿਹੜਾ ਆ ਲਾਈਵ ਪ੍ਰੋਗਰਾਮ ਦੇ ਥਰੂ ਆਊਟ ਕੁਐਸਚਨ ਕਮੈਂਟ ਕਰਕੇ ਪੁੱਛ ਸਕਦੇ ਨੇ। ਤੇ ਸਭ ਤੋਂ ਪਹਿਲਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਦੋਨੋਂ ਠੀਕ ਠਾਕ ਤੇ ਤੰਦਰੁਸਤ ਹੋਵੋਗੇ। ਹਾਂਜੀ ਬਿਲਕੁਲ ਠੀਕ, ਬਹੁਤ ਵਧੀਆ ਜੀ। ਤੇ ਸਟਾਰਟ ਕਰਦੇ ਹਾਂ ਜਿਹੜਾ ਬਬਲ, ਜਿਹੜਾ ਟ੍ਰਾਂਸ ਬਬਲ ਆ ਉਹ ਤੋਂ ਹੀ। ਅਜੇ ਜੀ, ਜਿਵੇਂ ਕਿ ਸਟਾਰਟ ਹੋਇਆ ਸੀ ਟ੍ਰਾਂਸਮਾਨ ਜਿਹੜਾ ਬਬਲ ਸੀ, ਕਿਵੇਂ ਜਿਹੜਾ ਇੰਡੀਵਿਜੂਅਲ ਜਿਹੜਾ ਯੂਟਿਲਾਈਜ਼ ਕਰ ਸਕਦਾ ਆਪਣੀ ਵੀਜ਼ਾ ਆਪਸ਼ਨਸ ਨੂੰ? ਹਾਂਜੀ, ਟ੍ਰਾਂਸ-ਤਸਮਾਨ ਬਬਲ 19 ਅਪ੍ਰੈਲ 2021 ਤੋਂ ਸ਼ੁਰੂ ਕੀਤਾ ਜੀ। ਇਹਦੇ ਤਹਿਤ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੇ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਜਿਹੜੇ ਵੀ ਬੰਦੇ ਐਲੀਜੀਬਲ ਨੇ ਵੀਜ਼ੇ ਲਈ ਜਾਂ ਜਿਨ੍ਹਾਂ ਕੋਲ ਵੈਲਿਡ ਵੀਜ਼ਾ ਹੈਗਾ ਜੀ, ਉਹ ਇਹਨਾਂ ਦੋਨਾਂ ਕੰਟਰੀਆਂ ਦੇ ਵਿੱਚ ਬਿਨਾਂ ਕਿਸੇ ਰਿਸਟ੍ਰਿਕਸ਼ਨ ਤੋਂ, ਬਿਨਾਂ ਕਿਸੇ ਕੁਆਰੰਟੀਨ ਕੀਤੇ ਟਰੈਵਲ ਕਰ ਸਕਦੇ ਨੇ ਜੀ। ਕੁਝ ਕੁ ਸ਼ਰਤਾਂ ਨੇ ਜੀ, ਜਿਵੇਂ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੇਸ ਆ ਗਿਆ ਸੀ ਤਾਂ ਉਹਨਾਂ ਨੇ ਉੱਧਰੋਂ ਬੰਦ ਕਰ ਦਿੱਤਾ ਸੀ। ਪਰ ਉਹ ਓਵਰਆਲ ਤੁਸੀਂ ਮਤਲਬ ਕਿ ਜੇ ਆਸਟ੍ਰੇਲੀਆ 'ਚ ਰਹਿੰਦੇ ਹੋ ਤੇ ਤੁਸੀਂ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਜਾ ਸਕਦੇ ਹੋ ਜੀ। ਤਾਂ ਤੁਸੀਂ ਨਾਰਮਲ ਫਲਾਈਟ ਲੈ ਕੇ ਜਾ ਸਕਦੇ ਹੋ, ਉੱਥੇ ਕੁਆਰੰਟੀਨ ਦੀ ਲੋੜ ਨਹੀਂ ਪੈਣੀ ਜੀ। ਤੁਸੀਂ ਘੁੰਮ ਕੇ ਵਾਪਸ ਆ ਸਕਦੇ ਹੋ ਜੀ। ਹੁਣ ਇਹਨੂੰ ਵੀਜ਼ੇ ਨੂੰ ਯੂਟਿਲਾਈਜ਼ ਕਰਨ ਦਾ ਮਤਲਬ ਹੈ ਜੀ ਵੀ ਜੇ ਸਪੋਜ਼ ਕਰੋ ਆਪਣੇ ਬਹੁਤੇ ਭੈਣ ਭਰਾ ਨੇ ਜੀ ਤਾਂ ਜਿਹੜੇ ਕਿ ਉਰੇ ਸਟਕ ਹੋ ਗਏ ਨੇ ਜੀ, ਤੇ ਜਦੋਂ ਸਟਕ ਹੋਣ ਦਾ ਮਤਲਬ ਹੈ ਜੀ ਉਹਨਾਂ ਦਾ ਜਿਹੜਾ ਵੀਜ਼ਾ ਹੈ ਜੀ, ਕੋਈ ਵੀ ਵੀਜ਼ਾ ਉਰੇ ਰਿਫਿਊਜ਼ ਹੋ ਚੁੱਕਿਆ ਜੀ, ਤਾਂ ਉਹਦੇ ਕਰਕੇ ਉਹਨਾਂ ਦੇ ਉੱਤੇ ਸੈਕਸ਼ਨ 48 ਬਾਰ ਲੱਗ ਚੁੱਕੀ ਹੈ ਜੀ। ਸੈਕਸ਼ਨ 48 ਬਾਰ ਕੀ ਹੈ ਜੀ, ਕਿ ਜੇ ਤੁਹਾਡਾ ਆਸਟ੍ਰੇਲੀਆ ਵਿੱਚ ਲਾਸਟ ਟਾਈਮ ਐਂਟਰ ਹੋਣ ਤੋਂ ਬਾਅਦ ਕੋਈ ਵੀ ਵੀਜ਼ਾ ਰਿਫਿਊਜ਼ ਹੋਇਆ ਤੇ ਇਸ ਟਾਈਮ ਤੁਹਾਡੇ ਕੋਲ ਸਬਸਟੈਂਟਿਵ ਵੀਜ਼ਾ ਨਹੀਂ ਹੈਗਾ ਤਾਂ ਤੁਹਾਡੇ ਤੇ ਇਹ ਸੈਕਸ਼ਨ 48 ਬਾਰ ਲੱਗ ਜਾਂਦੀ ਆ, ਜਿਹੜੀ ਤੁਹਾਨੂੰ ਪ੍ਰੀਵੈਂਟ ਕਰਦੀ ਆ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਫਰਦਰ ਵੀਜ਼ਾ ਅਪਲਾਈ ਕਰਨ ਤੋਂ ਜੀ। ਤੇ ਇਹਨੂੰ ਬਾਈਪਾਸ ਕਰਨ ਦਾ ਇੱਕੋ ਹੀ ਤਰੀਕਾ, ਮੋਸਟਲੀ ਇੱਕੋ ਹੀ ਤਰੀਕਾ ਹੁੰਦਾ ਜੀ ਕਿ ਆਪਣੇ ਜਿਹੜੇ ਸਟੂਡੈਂਟਸ ਨੇ ਜਾਂ ਵੀਜ਼ਾ ਐਪਲੀਕੈਂਟਸ ਨੇ ਜੀ, ਉਹ ਕੰਟਰੀ ਆਊਟ ਕਰਦੇ ਨੇ, ਜਿਵੇਂ ਕਿ ਇੰਡੀਆ ਚਲੇ ਗਏ ਜਾਂ ਆਪਣੀ ਹੋਮ ਕੰਟਰੀ ਨਿਊਜ਼ੀਲੈਂਡ ਚਲੇ ਗਏ ਤੇ ਉੱਥੇ ਜਾ ਕੇ ਉਹ ਵੀਜ਼ਾ ਅਪਲਾਈ ਕਰਕੇ ਵਾਪਸ ਆ ਜਾਂਦੇ ਨੇ ਜੀ। ਹੁਣ ਟਰੈਵਲ ਰਿਸਟ੍ਰਿਕਸ਼ਨ ਕਰਕੇ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਐਪਲੀਕੈਂਟ ਸੀਗੇ ਜਿਨ੍ਹਾਂ ਤੇ ਸੈਕਸ਼ਨ 48 ਬਾਰ ਲੱਗਿਆ ਸੀਗਾ ਜੀ, ਉਹ ਆਪਣੇ ਫਰਦਰ ਸਟੇਟ ਸਪੌਂਸਰਸ਼ਿਪਾਂ ਅਪਰੂਵ ਹੋਣ ਦੇ ਬਾਵਜੂਦ ਵੀ ਵੀਜ਼ਾ ਨਹੀਂ ਅਪਲਾਈ ਕਰ ਸਕੇ ਜੀ। ਟ੍ਰਾਂਸ ਤਸਮਾਨ ਬਬਲ ਬਣਨ ਤੋਂ ਬਾਅਦ ਇਹ ਉਮੀਦ ਜਾਗੀ ਹੈ ਜੀ ਕਿ ਕੁਝ ਕੁ ਬੰਦੇ ਜਿਹੜੇ ਐਲੀਜੀਬਲ ਨੇ ਜੀ
ਉਹ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰ ਲੈਣਗੇ ਜੀ ਤੇ ਨਿਊਜ਼ੀਲੈਂਡ ਜਾ ਕੇ ਆਪਣੀ ਸੈਕਸ਼ਨ 48 ਬਾਰ ਨੂੰ ਬਾਈਪਾਸ ਕਰ ਲੈਣਗੇ ਜੀ। ਪਰ ਇਹਦੇ ਵਿੱਚ ਇੱਕ ਚੀਜ਼ ਮੈਂ ਆਪਣੇ ਸਰੋਤੇ ਤੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੀ, ਇਹ ਕੰਮ ਇੰਨਾ ਸੌਖਾ ਨਹੀਂ ਹੈਗਾ ਜੀ, ਕਿਉਂਕਿ ਜੇ ਆਪਾਂ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰਨਾ ਤਾਂ ਆਪਾਂ ਨੂੰ ਉਹਨਾਂ ਦੀਆਂ ਵੀ ਜਿਹੜੀ ਆਪਣੇ ਟੈਂਪਰੇਰੀ ਵੀਜ਼ੇ ਦੀਆਂ ਜਿਵੇਂ ਵਿਜ਼ਟਰ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜੀ। ਉਹ ਕਿਹੜੀਆਂ ਸ਼ਰਤਾਂ ਨੇ ਜੇ ਅਸੀਂ ਨਟਸ਼ਲ ਤੇ ਐਕਸਪਲੇਨ ਕਰਨਾ ਹੋਵੇ ਆਪਣੀ ਆਡੀਅנס ਨੂੰ? ਹਾਂਜੀ, ਉਹ ਸ਼ਰਤਾਂ ਨੇ ਜੀ, ਜਿਵੇਂ ਪਹਿਲੀ ਗੱਲ ਤੁਸੀਂ ਜੈਨੂਇਨ ਵਿਜ਼ਿਟਰ ਹੋਣੇ ਚਾਹੀਦੇ ਹੋ ਜੀ, ਤੁਹਾਡੇ ਕੋਲ ਸਟੱਡੀ ਜੌਬ ਹੋਣੀ ਚਾਹੀਦੀ ਆ, ਜੇ ਤੁਹਾਡੀ ਆਪਣਾ ਕੋਈ ਸਟੂਡੈਂਟ ਵੀਜ਼ੇ ਦਾ ਕੋਈ ਵੀਜ਼ਾ ਖਰਾਬ ਹੋਇਆ ਤਾਂ ਸਟੂਡੈਂਟ ਪੜ੍ਹਦੇ ਹੋਣੇ ਚਾਹੀਦੇ ਹੋ, ਤੇ ਤੁਹਾਡੇ ਕੋਲ ਇਨਫ ਫੰਡਸ ਹੋਣੇ ਤੇ ਰੀਜ਼ਨ ਟੂ ਰਿਟਰਨ ਹੋਣਾ ਚਾਹੀਦਾ ਜੀ। ਤਾਂ ਇਸ ਮਾਹੌਲ ਦੇ ਵਿੱਚ ਨਿਊਜ਼ੀਲੈਂਡ ਦਾ ਜਿਹੜਾ ਵੀਜ਼ਾ ਗ੍ਰਾਂਟ ਰੇਟ ਆ ਬਹੁਤ ਘੱਟ ਹੈ ਜੀ, ਬਹੁਤ ਜ਼ਿਆਦਾ ਰਿਫਿਊਜ਼ਲ ਦੇ ਰਹੇ ਨੇ ਜੀ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਜੀ ਕਿ ਪਲੀਜ਼ ਇੱਕ ਵਾਰ ਆਪਣੀ ਜਿਹੜੀ ਐਲੀਜੀਬਿਲਿਟੀ ਚੰਗੀ ਤਰ੍ਹਾਂ ਚੈੱਕ ਕਰ ਲਓ ਜੀ। ਤੁਹਾਡੇ ਕੋਲ ਫੁੱਲ ਟਾਈਮ ਅਕਾਊਂਟ ਦੇ ਵਿੱਚ ਪ੍ਰੋਪਰ ਫੰਡਸ ਹੈਗੇ ਨੇ, ਜੇ ਸਟੂਡੈਂਟ ਵੀਜ਼ੇ ਵਾਲੀ ਹੈ ਤਾਂ ਤੁਸੀਂ ਪ੍ਰੋਪਰ ਪੜ੍ਹ ਰਹੇ ਹੋ, ਤੇ ਜੇ ਕੋਈ ਜੌਬ ਦਾ ਕੋਈ ਵੀਜ਼ਾ ਰਿਫਿਊਜ਼ਲ ਵਗੈਰਾ ਇਸ ਤਰ੍ਹਾਂ ਦਾ ਕੇਸ ਆ ਤਾਂ ਤੁਹਾਡੇ ਕੋਲ ਫੁੱਲ ਟਾਈਮ ਜੌਬ ਆ ਤੇ ਤੁਹਾਡੀ ਸਟੱਡੀ ਇਨਕਮ ਤੁਹਾਡੇ ਅਕਾਊਂਟ ਵਿੱਚ ਆ ਰਹੀ ਹੈ ਜੀ। ਜੇ ਤੁਸੀਂ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਨਿਊਜ਼ੀਲੈਂਡ ਨੂੰ ਥੋੜਾ ਜਿਹਾ ਨਾ ਕੰਸੀਡਰ ਕਰੋ, ਕਿਉਂਕਿ ਜੇ ਤੁਸੀਂ ਉੱਥੇ ਦਾ ਵੀਜ਼ਾ ਅਪਲਾਈ ਕਰਦੇ ਹੋ ਤੇ ਰਿਫਿਊਜ਼ਲ ਲੱਗ ਜਾਂਦਾ ਜੀ, ਇਹ ਇੱਕ ਤਰ੍ਹਾਂ ਦਾ ਪਰਮਾਨੈਂਟ ਰਿਕਾਰਡ ਹੈ ਜੀ। ਤਾਂ ਇਹਦੇ ਬਾਅਦ ਫਿਊਚਰ ਤੁਸੀਂ ਕਦੇ ਵੀ ਨਿਊਜ਼ੀਲੈਂਡ ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਤਾਂ ਤੁਹਾਨੂੰ ਇਹ ਡਿਕਲੇਅਰ ਕਰਨਾ ਪੈਣਾ ਕਿ ਤੁਹਾਡਾ ਨਿਊਜ਼ੀਲੈਂਡ ਦਾ ਵੀਜ਼ਾ ਵੀ ਰਿਫਿਊਜ਼ ਹੋਇਆ ਜੀ। ਤਾਂ ਨਿਊਜ਼ੀਲੈਂਡ ਦੇ ਟਰੈਵਲ ਬਬਲ ਨੂੰ ਇੰਨਾ ਲਾਈਟਲੀ ਨਾ ਲਿਆ ਜਾਵੇ ਜੀ, ਪਰ ਐਜ਼ ਲੌਂਗ ਐਜ਼ ਇਹ ਆਪਸ਼ਨ ਹੈਗੀ ਆ, ਪਰ ਜੇ ਤੁਸੀਂ ਐਲੀਜੀਬਲ ਹੋ, ਜੇ ਨਹੀਂ ਐਲੀਜੀਬਲ ਹੈਗੇ ਤਾਂ ਤੁਸੀਂ ਵੇਟ ਕਰੋ ਜੀ ਹੋਰ ਕੰਟਰੀਆਂ ਦੇ ਖੁੱਲ੍ਹਣ ਦੀ ਜੀ। ਅਜੇ ਜੀ, ਜਿਵੇਂ ਅਸੀਂ ਗੱਲ ਕੀਤੀ ਸੀ ਕਿ ਟ੍ਰਾਂਸ ਤਸਮਾਨ ਜਿਹੜੀ ਬਬਲ ਜਿਹੜਾ ਨਿਊਜ਼ੀਲੈਂਡ ਵਾਸਤੇ ਜਿਹੜਾ ਹੋਇਆ, ਤੇ ਜੇ ਕਿਸੇ ਨੇ ਨਿਊਜ਼ੀਲੈਂਡ ਤੋਂ ਇੰਡੀਆ ਜਾਣਾ ਹੋਵੇ ਤੇ ਉਹ ਜਾ ਸਕਦਾ ਇਸ ਸਿਚੁਏਸ਼ਨ ਦੇ ਵਿੱਚ? ਟ੍ਰਾਂਸ ਤਸਮਾਨ ਬਬਲ ਬਾਰੇ ਇੱਕ ਚੀਜ਼ ਧਿਆਨ ਰੱਖਣ ਦੀ ਲੋੜ ਹੈ ਜੀ। ਜੇ ਤੁਸੀਂ ਆਸਟ੍ਰੇਲੀਆ ਤੋਂ ਐਗਜ਼ਿਟ ਕਰਦੇ ਹੋ ਜੀ, ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਜਿਹੜੇ ਵੀ ਆਸਟ੍ਰੇਲੀਆ PR ਦਾ ਸਿਟੀਜ਼ਨ ਨੇ ਜੀ, ਉਹਨਾਂ ਨੂੰ ਕੰਟਰੀ ਆਊਟ ਕਰਨ ਦੇ ਲਈ ਪਰਮਿਸ਼ਨ ਲੈਣ ਦੀ ਲੋੜ ਪੈਂਦੀ ਹੈ ਗਵਰਨਮੈਂਟ ਤੋਂ, ਜਿਹਨੂੰ ਟਰੈਵਲ ਐਗਜ਼ੈਂਪਸ਼ਨ ਕਿਹਾ ਜਾਂਦਾ ਹੈ। ਉਹਦੇ ਲਈ ਸਟ੍ਰਿਕਟ ਰੂਲ ਨੇ ਜੀ। ਬੇਸਿਕਲੀ ਪਹਿਲਾਂ ਤਾਂ ਸੀਗਾ ਵੀ ਜੇ ਤੁਹਾਡਾ ਕੋਈ ਭੈਣ ਭਾਈ ਜਾਂ ਕੋਈ ਮਤਲਬ ਕਿ ਕੰਪੈਲਿੰਗ ਰੀਜ਼ਨ ਹੈ ਜੀ, ਕੋਈ ਬਿਮਾਰ ਹੈ, ਕੋਈ ਟਰਮੀਨਲ ਇਲਨੈਸ ਹੈ ਜੀ, ਕੋਈ ਆਪਣਾ ਕੋਈ ਵੀ ਐਮਰਜੈਂਸੀ ਹੈ, ਕੋਈ ਵੀ ਇਕਨੋਮਿਕ ਰੀਜ਼ਨ ਵੀ ਉਹ ਕੰਸੀਡਰ ਕਰਦੇ ਸੀਗੇ ਜੀ, ਤਾਂ ਉਹਦੇ ਤਹਿਤ ਉਹ ਜਾ ਸਕਦੇ ਜੀ। ਪਰ ਰੀਸੈਂਟ ਇੰਡੀਆ ਦੇ ਵਿੱਚ ਜਿਹੜੇ ਕਰੋਨਾ ਦੇ ਕੇਸ ਨੇ ਬਹੁਤ ਜ਼ਿਆਦਾ ਵੱਧ ਗਏ ਨੇ ਜੀ, ਤਾਂ ਉਹਨਾਂ ਨੇ ਤਕਰੀਬਨ ਇੰਡੀਆ ਦੇ ਉੱਤੇ ਪ੍ਰੋਪਰ ਬੈਨ ਲਗਾ ਦਿੱਤਾ ਜੀ। ਤਾਂ ਜਿਹੜੇ ਵੀ ਆਪਣੇ ਬੰਦੇ ਦੀ ਟਰੈਵਲ ਐਗਜ਼ੈਂਪਸ਼ਨ ਅਪਰੂਵ ਹੋਈ ਸੀ ਪਹਿਲਾਂ, ਉਹ ਕੈਂਸਲ ਕਰ ਦਿੱਤੀ ਹੈ ਜੀ ਇੰਡੀਆ ਦੀ। ਤਾਂ ਹੁਣ ਉਹਨਾਂ ਨੂੰ ਨਵੀਂ ਅਪਲਾਈ ਕਰਨੀ ਪੈਣੀ ਹੈ ਤੇ ਉਹਦੇ ਰੂਲ ਬਹੁਤ ਜ਼ਿਆਦਾ ਸਟ੍ਰਿਕਟ ਨੇ ਜੀ, ਵਿਚ ਇਜ਼ ਕਾਈਂਡ ਆਫ ਇੰਪੋਸੀਬਲ ਟੂ ਮੀਟ। ਤਾਂ ਕੁਝ ਕੁ ਸਾਨੂੰ ਇਨਕੁਆਰੀਆਂ ਆ ਰਹੀਆਂ ਨੇ ਜੀ ਵੀ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿਉਂਕਿ ਆਸਟ੍ਰੇਲੀਆ ਤੋਂ ਐਗਜ਼ਿਟ ਨਹੀਂ ਕਰ ਸਕਦੇ, ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਨਿਊਜ਼ੀਲੈਂਡ ਚਲੇ ਜਾਂਦੇ ਤੇ ਨਿਊਜ਼ੀਲੈਂਡ ਤੋਂ ਇੰਡੀਆ ਚੱਲ ਜਾਂਦੇ, ਕਿਉਂਕਿ ਨਿਊਜ਼ੀਲੈਂਡ ਤੋਂ ਇਸ ਤਰ੍ਹਾਂ ਦੀ ਰਿਸਟ੍ਰਿਕਸ਼ਨ ਨਹੀਂ ਹੈਗੀ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਜੀ, ਨਾਟ ਪੋਸੀਬਲ। ਟ੍ਰਾਂਸ ਤਸਮਾਨ ਆਸਟ੍ਰੇਲੀਅਨ ਗਵਰਨਮੈਂਟ ਨੇ ਬਿਲਕੁਲ ਕਲੀਅਰ ਕਰ ਦਿੱਤਾ ਜੀ ਕਿ ਜੇ ਤੁਸੀਂ ਟ੍ਰਾਂਸ ਤਸਮਾਨ ਬਬਲ ਦੇ ਰਾਹੀਂ ਨਿਊਜ਼ੀਲੈਂਡ ਨੂੰ ਐਗਜ਼ਿਟ ਰੂਟ ਬਣਾ ਰਹੇ ਹੋ ਤਾਂ ਤੁਹਾਡੇ ਤੇ ਹੈਵੀ ਪੈਨਲਟੀ ਤੇ ਜੇਲ੍ਹ ਟਰਮ ਵੀ ਹੋ ਸਕਦੀ ਆ ਜੀ। ਮੇਰਾ ਅਗਲਾ ਕੁਐਸਚਨ ਇਹੀ ਸੀਗਾ ਕਿ ਜੇ ਕੋਈ ਬ੍ਰੀਚ ਕਰਦਾ ਆ ਜਿਹਦਾ ਕੰਪਲਿਕੇਸ਼ਨ ਚੱਲ ਰਿਹਾ ਤੇ ਕੀ ਜਿਹੜਾ ਆ ਉਹਨੂੰ ਫੇਸ ਡਿਫਿਕਲਟੀਜ਼ ਕਰਨੀਆਂ ਪੈ ਸਕਦੀਆਂ? ਪੈਨਲਟੀਜ਼ ਨੇ ਜੀ, ਜੇ ਅਸੀਂ PR ਹੋ ਤੁਹਾਡਾ ਵੀਜ਼ਾ ਵੀ ਕੈਂਸਲ ਹੋ ਸਕਦਾ ਤੇ ਜੇਲ੍ਹ ਟਰਮ ਵੀ ਹੋ ਸਕਦੀ ਹੈ ਜੀ। ਤਾਂ ਜੇ ਤੁਸੀਂ ਐਗਜ਼ਿਟ ਕਰਨਾ ਚਾਹੁੰਦੇ ਹੋ ਤਾਂ ਪ੍ਰੋਪਰ ਤਰੀਕੇ ਨਾਲ ਆਪਣੀ ਟਰੈਵਲ ਐਗਜ਼ੈਂਪਸ਼ਨ ਅਪਲਾਈ ਕਰੋ ਜੀ। ਟਰੈਵਲ ਐਗਜ਼ੈਂਪਸ਼ਨ ਅਪਲਾਈ ਕਰਨ ਤੋਂ ਬਾਅਦ ਹੀ ਟਰੈਵਲ ਕਰੋ ਜੀ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਅਜੇ ਜੀ ਨੇ ਕਹੀ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਰਿਸਕ ਆ ਉਹ ਨਹੀਂ ਲਿੱਤਾ ਜਾਵੇ, ਤੇ ਕੋਈ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਕਨਫਿਊਜ਼ਨ ਹੈ ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਜ਼ਰੂਰ ਕਰੋ 0396021330 ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਵਾਲ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤੇ ਉਹਨਾਂ ਨੂੰ ਜ਼ਰੂਰ ਪੁੱਛੋ, ਪਰ ਕਿਸੇ ਤਰ੍ਹਾਂ ਦਾ ਰਿਸਕ ਜਿਹੜਾ ਆ ਨਾ ਲਵੋ। ਤੇ ਅਜੇ ਜੀ, ਜਿਵੇਂ ਤੁਸੀਂ ਦੱਸਿਆ ਸੀਗਾ ਕਿ ਅਰੇਂਜਮੈਂਟ ਜਿਹੜਾ ਟ੍ਰਾਂਸ ਤਸਮਾਨ ਜਿਹੜਾ ਬਬਲ ਆ ਉਹ ਹੋਇਆ ਆ ਕਿ ਅਸੀਂ ਜਿਹੜਾ ਈਜ਼ੀਲੀ ਜਿਹੜਾ ਨਿਊਜ਼ੀਲੈਂਡ ਜਿਹੜਾ ਜਾ ਸਕਦੇ ਆ, ਪਰ ਇੰਡੀਆ ਤੋਂ ਕੋਈ ਵੀ ਜਿਹੜਾ ਨਿਊਜ਼ੀਲੈਂਡ ਛੇਤੀ ਜਿਹੜਾ ਨਹੀਂ ਜਾ ਸਕਦਾ। ਹਾਂਜੀ, ਆਈ ਮੀਨ ਨਿਊਜ਼ੀਲੈਂਡ ਤੋਂ ਇੰਡੀਆ ਵੀ ਜਿਹੜਾ ਨਹੀਂ ਜਾ ਸਕਦਾ, ਸੌਰੀ। ਬਿਲਕੁਲ ਜੀ। ਤੇ ਉਹਦੇ ਵਾਸਤੇ ਤੁਸੀਂ ਦੱਸਿਆ ਕਿ ਕਿਵੇਂ ਰਿਸਟ੍ਰਿਕਸ਼ਨਸ ਤੇ ਉਹਨਾਂ ਨੂੰ ਪੈਨਲਟੀਜ਼ ਜਿਹੜੀਆਂ ਆ ਫੇਸ ਕਰਨੀਆਂ ਪੈ ਸਕਦੀਆਂ ਆ, ਪਰ ਜਦੋਂ ਜਿਹੜਾ ਟਰੈਵਲ ਆ ਲਿਫਟ ਹੁੰਦਾ ਆ ਤੇ ਜਿਹੜੇ ਸਟੂਡੈਂਟਸ ਉੱਥੇ ਸਟਕ ਨੇ, ਜੇ ਉਹ ਇੱਥੇ ਆਉਂਦੇ ਨੇ ਤੇ ਉਹਨਾਂ ਵਾਸਤੇ ਕੀ ਆਪਸ਼ਨਸ ਜਿਹੜੀਆਂ ਅਵੇਲੇਬਲ ਹੋਣਗੀਆਂ? ਇੰਡੀਆ ਤੋਂ ਦੇਖੋ ਸਟੂਡੈਂਟ ਤਾਂ ਆਉਣਾ ਤਾਂ ਹਜੇ ਖਾਬ ਦੀ ਤਰ੍ਹਾਂ ਹੀ ਲੱਗ ਰਿਹਾ ਜੀ, ਬਟ ਰੀਸੈਂਟਲੀ ਕੱਲ ਹੀ ਵਿਕਟੋਰੀਆ ਕੰਨਿਓ ਇੱਕ ਪੋਜ਼ਿਟਿਵ ਨਿਊਜ਼ ਆਈ ਹੈ ਜੀ। ਵਿਕਟੋਰੀਅਨ ਗਵਰਨਮੈਂਟ ਨੇ ਇੱਕ ਨਵਾਂ ਪਲਾਨ ਅਪਰੂਵ ਕੀਤਾ ਆਪਣੇ ਲੈਵਲ ਦੇ ਉੱਤੇ, ਜਿਹਦੇ ਤਹਿਤ 26 ਮਈ ਤੋਂ ਉਹ ਐਕਸਪੈਕਟ ਕਰਦੇ ਨੇ 120 ਸਟੂਡੈਂਟ ਐਵਰੀ ਵੀਕ ਲੈ ਕੇ ਆਉਣ ਲਈ ਜੀ। ਉਹਨਾਂ ਕੋਲ ਇਸ ਟਾਈਮ ਕੈਪ 1000 ਵਿਜ਼ਿਟਰ ਪਰ ਵੀਕ ਲੈ ਕੇ ਆਉਣ ਦੀ, ਤੇ 120 ਸਟੂਡੈਂਟ ਉਦੋਂ ਉੱਪਰ ਲੈ ਕੇ ਆਉਣਾ ਚਾਹੁੰਦੇ ਨੇ ਜੀ। ਉਹਦੇ ਵਿੱਚ ਇੰਡੀਆ ਦੇ ਹਾਲਾਤਾਂ ਕਰਕੇ ਹਜੇ ਇੰਡੀਆ ਉਸ ਪਾਰਟ ਆਫ ਦਾ ਪਲਾਨ ਨਹੀਂ ਹੈਗਾ ਜੀ, ਹੋਰ ਕੰਟਰੀਆਂ ਹੈਗੀਆਂ ਨੇ
ਤੇ ਉਹਨਾਂ ਦੇ ਲਈ ਉਹ ਐਕਸਟਰਾ ਸੈਪਰੇਟ ਟਰੈਵਲ ਫੈਸਿਲਿਟੀ, ਕੁਆਰੰਟਾਈਨ ਫੈਸਿਲਿਟੀ ਵੀ ਬਿਲਡ ਕਰਨ ਬਾਰੇ ਸੋਚ ਰਹੇ ਨੇ ਜੀ। ਜ਼ਰੂਰ ਇਹ ਥੋੜੀ ਐਕਸਪੈਂਸਿਵ ਹੋਊਗੀ, ਦੇ ਵਿਲ ਚਾਰਜ ਅਰਾਊਂਡ $3000 ਪਰ ਸਟੂਡੈਂਟ, ਤੇ ਹੋਰ ਵੀ ਸ਼ਾਇਦ ਖਰਚੇ ਹੋ ਸਕਦੇ ਨੇ, ਪਰ ਇੱਕ ਉਮੀਦ ਜਾਗ ਰਹੀ ਹੈ ਜੀ ਕਿ ਆਸਟ੍ਰੇਲੀਅਨ ਵਿਕਟੋਰੀਅਨ ਗਵਰਨਮੈਂਟ ਖਾਸ ਕਰਕੇ ਆਪਣਾ ਸਟੂਡੈਂਟ ਨੂੰ ਬੁਲਾਉਣ ਦੇ ਲਈ ਪੂਰੀ ਐਫਰਟ ਕਰ ਰਹੀ ਹੈ ਜੀ, ਤੇ ਪ੍ਰੋਪਰ ਚਿੰਤਿਤ ਹੈ ਜੀ। ਉਹਨਾਂ ਨੇ ਆਪਣਾ ਪ੍ਰਪੋਜ਼ਲ ਆਪਣੇ ਲੈਵਲ ਤੇ ਅਪਰੂਵ ਕਰਕੇ ਫੈਡਰਲ ਗਵਰਨਮੈਂਟ ਨੂੰ ਭੇਜ ਦਿੱਤਾ ਜੀ, ਤੇ ਨਾਓ ਇਟਸ ਵੀ ਹੈਵ ਟੂ ਵੇਟ ਟੂ ਸੀ ਫਰੋਮ ਦੀ ਫੈਡਰਲ ਗਵਰਨਮੈਂਟ ਵੀ ਉਹ ਕਦੋਂ ਇਸ ਚੀਜ਼ ਨੂੰ ਅਪਰੂਵ ਕਰਦੇ ਨੇ ਤੇ ਕਦੋਂ ਨੂੰ ਅਸੀਂ ਅਮਲੀ ਜਾਮਾ ਪਹਿਨਾਉਂਦੇ ਨੇ ਜੀ। ਕਿਉਂਕਿ ਸਟੂਡੈਂਟਸ ਵੀ ਇਕਨੋਮੀ ਤੇ ਕਾਫੀ ਵੱਡਾ ਜਿਹੜਾ ਹਿੱਸਾ ਪਾਉਂਦੇ ਨੇ, ਤੇ ਜ਼ਰੂਰ ਜਿਹੜੀ ਇੱਥੋਂ ਦੀ ਗਵਰਨਮੈਂਟ ਉਹ ਕੰਸੀਡਰ ਕਰੂਗੀ ਕਿ ਕਦੋਂ ਜਿਹੜੇ ਸਟੂਡੈਂਟਸ ਨੇ ਉਹ ਵਾਪਸ ਆਸਟ੍ਰੇਲੀਆ ਆਉਣ। ਪਰ ਬਿਕੋਜ਼ ਜਿੱਦਾਂ ਕਿ ਕੋਵਿਡ ਦੀ ਸਿਚੁਏਸ਼ਨ ਬਹੁਤ ਹੀ ਬੁਰੀ ਚੱਲ ਰਹੀ ਆ ਇੰਡੀਆ ਦੇ ਵਿੱਚ, ਉਹਨਾਂ ਨੂੰ ਇਹ ਵੀ ਚੀਜ਼ ਕੰਸੀਡਰ ਜਿਹੜੀ ਆ ਕਰਨੀ ਪੈਣੀ ਹੈ ਜੀ। ਤੇ ਅਜੇ ਜੀ ਜੇ ਨਾਲ ਹੀ ਗੱਲ ਕਰੀਏ ਸਟੂਡੈਂਟਸ ਦੀ, ਜੇ ਕੋਈ ਸਟੂਡੈਂਟਸ ਜਿਹੜਾ ਉੱਥੋਂ ਅਪਲਾਈ ਕਰਨਾ ਚਾਹਵੇ ਡਿਪਲੋਮਾ ਕੋਰਸਿਸ, ਤੇ ਆਫਸ਼ੋਰ ਅਪਲਾਈ ਕਰ ਸਕਦਾ ਆਸਟ੍ਰੇਲੀਆ ਦੇ ਵੀਜ਼ਾ ਲਈ? ਦੇਖੋ ਜੀ, ਇਸ ਟਾਈਮ ਜਿਹੜੇ ਹਾਲਾਤ ਚੱਲ ਰਹੇ ਨੇ ਜੀ, ਆਸਟ੍ਰੇਲੀਆ ਦਾ ਮਤਲਬ ਕਿ ਇੰਡੀਆ ਤੋਂ ਆਪਣਾ ਟਰੈਵਲ ਬੈਨ ਹੈ ਜੀ ਪ੍ਰੋਪਰ। ਬੜੀ ਸ਼ੋਰ ਆਈ ਥਿੰਕ 15 ਮਈ ਤੱਕ ਇੰਡੀਆ ਤੋਂ ਸਾਰੀਆਂ ਫਲਾਈਟਾਂ ਉਹਨਾਂ ਨੇ ਕੈਂਸਲ ਕਰ ਦਿੱਤੀਆਂ ਨੇ ਜੀ। ਤਾਂ ਮੈਂ ਜਿਹੜੇ ਵੀ ਫਿਊਚਰ ਵੀਜ਼ਾ ਐਸਪੀਰੈਂਟਸ ਹੈਗੇ ਨੇ, ਜਿਹੜੇ ਆਸਟ੍ਰੇਲੀਆ 'ਚ ਪੜ੍ਹਨ ਲਈ ਆਉਣਾ ਚਾਹੁੰਦੇ ਨੇ ਜਾਂ ਘੁੰਮਣ ਲਈ ਆਉਣਾ ਚਾਹੁੰਦੇ ਨੇ ਜੀ, ਉਹਨਾਂ ਨੂੰ ਮੈਂ ਰਿਕਮੈਂਡ ਕਰਦਾ ਜੀ ਕਿ ਉਹ ਅਗਲੇ 1 ਮਹੀਨੇ ਤੱਕ, ਮਈ ਦੇ ਐਂਡ ਤੱਕ ਵੇਟ ਕਰ ਲੈਣ ਜੀ, ਕਿਉਂਕਿ ਵੀਜ਼ਾ ਰਿਫਿਊਜ਼ਲ ਰੇਟ ਬੜਾ ਹਾਈ ਚੱਲ ਰਿਹਾ। ਤਾਂ ਥੋੜੀ ਦੇਰ ਵੇਟ ਕਰ ਲਓ ਜੀ, ਜਦੋਂ ਥੋੜੀ ਜਿਹੀ ਕੰਡੀਸ਼ਨ ਸਬਡੀ ਹੋਊਗੀ, ਫਲਾਈਟਸ ਤੇ ਟਰੈਵਲਸ ਸ਼ੁਰੂ ਹੋਊਗਾ ਜੀ, ਉਸ ਤੋਂ ਬਾਅਦ ਉਹ ਅਪਲਾਈ ਕਰਨ ਤਾਂ ਕਿ ਉਹਨਾਂ ਦੇ ਚਾਂਸਸ ਵੀ ਬਣ ਸਕਣ। ਇਹ ਜ਼ਰੂਰ ਖੁੱਲੂਗਾ, ਜ਼ਰੂਰ ਈਜ਼ੀ ਹੋਊਗਾ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਸਾਰੀ ਉਮਰ ਬੰਦ ਨਹੀਂ ਰਹਿਣਾ। ਥੋੜਾ ਜਿਹਾ ਟਾਈਮ ਨੂੰ, ਔਖੇ ਟਾਈਮ ਨੂੰ ਆਪਾਂ ਸਬਰ ਦੇ ਨਾਲ ਕੱਢ ਲਈਏ ਜੀ। ਜੀ ਬਿਲਕੁਲ ਜੀ। ਤੇ ਅੱਛਾ ਜੀ, ਜੇ ਗੱਲ ਕਰੀਏ ਜਿਵੇਂ ਮੰਨ ਲਓ ਕਿ ਕਿਉਂਕਿ ਮੈਂ ਕਿਸੇ ਦਾ ਸਵਾਲ ਹੀ ਤੁਹਾਡੇ ਕੋਲ ਜਿਹੜਾ ਪਾਸ ਕਰਨ ਲੱਗੀ ਆ ਕਿ ਜਿਵੇਂ ਮੇਰਾ ਆਕਿਊਪੇਸ਼ਨ ਜਿਹੜਾ ਉਹ PMSOL ਦੀ ਲਿਸਟ ਵਿੱਚ ਹੈਗਾ ਆ, ਤੇ ਮੇਰੀ ਸਕਿੱਲ ਅਸੈਸਮੈਂਟ ਹੋ ਚੁੱਕੀ ਆ, ਤੇ ਕੀ ਮੈਂ ਇੰਡੀਆ ਤੋਂ ਆਸਟ੍ਰੇਲੀਆ ਆਉਣ ਵਾਸਤੇ ਐਗਜ਼ੈਂਪਸ਼ਨ ਮਿਲ ਸਕਦੀ ਆ, ਤੇ ਜੇ ਮਿਲੂਗੀ ਤੇ ਉਹਦੀਆਂ ਕੀ ਕੀ ਰਿਕੁਆਇਰਮੈਂਟਸ ਹੋਣਗੀਆਂ? ਇਸ ਟਾਈਮ ਤਾਂ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸਵਾਤੀ ਜੀ, ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਆ। ਇੰਡੀਆ ਤੋਂ ਕੋਈ PR ਜਾਂ ਸਿਟੀਜ਼ਨ ਬੰਦਾ ਵੀ ਨਹੀਂ ਆ ਸਕਦਾ ਜਿਹਨੂੰ ਟਰੈਵਲ ਐਗਜ਼ੈਂਪਸ਼ਨ ਦੀ ਜ਼ਰੂਰਤ ਨਹੀਂ ਹੈਗੀ। ਤਾਂ ਨਵੀਂ ਟਰੈਵਲ ਐਗਜ਼ੈਂਪਸ਼ਨ ਮਿਲਣੀ ਤਾਂ ਨੈਕਸਟ ਟੂ ਇੰਪੋਸੀਬਲ ਆ ਜੀ। ਪਰ ਮੇਰੇ ਖਿਆਲ ਨਾਲ ਜਦੋਂ ਵੀ ਖੁੱਲੂਗਾ ਉਹਦੇ ਮਿਲਣ ਦੇ ਲਈ, ਜਿਵੇਂ ਪਹਿਲਾਂ ਗਵਰਨਮੈਂਟ ਨੇ ਕਿਹਾ ਸੀਗਾ ਜੀ, ਜਿਹੜੇ ਸਪਾਂਸਰਡ ਵੀਜ਼ੇ ਤੇ ਨੇ ਜੀ, ਜਿਨ੍ਹਾਂ ਨੂੰ ਕਿਸੇ ਕੰਪਨੀ ਨੇ ਸਪਾਂਸਰ ਕੀਤਾ ਤੇ ਉਹਨਾਂ ਦਾ ਵੀਜ਼ਾ ਅਪਰੂਵ ਹੋ ਚੁੱਕਿਆ, ਉਹਨਾਂ ਨੂੰ ਟਰੈਵਲ ਐਗਜ਼ੈਂਪਸ਼ਨ ਮਿਲਣ ਦੇ ਚਾਂਸਸ ਜ਼ਿਆਦਾ ਨੇ ਜੀ। ਉਸ ਤੋਂ ਇਲਾਵਾ ਜਿਹੜੇ ਸਿਰਫ ਮਤਲਬ ਕਿ ਵੀ ਉਹਨਾਂ ਕੋਲ ਸਕਿੱਲ ਅਸੈਸਮੈਂਟ ਹੈਗੀ ਆ, ਕੋਈ ਵੀਜ਼ੇ ਦਾ ਸਾਧਨ ਨਹੀਂ ਹੈਗਾ, ਉਹਨਾਂ ਦੇ ਲਈ ਥੋੜਾ ਜਿਹਾ ਮੁਸ਼ਕਿਲ ਆ ਜੀ ਟਰੈਵਲ ਐਗਜ਼ੈਂਪਸ਼ਨ ਮਿਲਣਾ ਜੀ। ਬਿਲਕੁਲ ਜੀ। ਤੇ ਅਜੇ ਜੀ ਨਾਲ ਹੀ ਥੋੜੇ ਜਿਹੇ ਕਮੈਂਟ ਜਿਹੜੇ ਆ ਉਹਨਾਂ ਨੂੰ ਵੀ ਲੈ ਲਿੱਤੇ ਜਾਣ। ਤੇ ਸਭ ਤੋਂ ਪਹਿਲਾ ਕਮੈਂਟ ਰਮਨ ਵਿਰਕ ਜੀ ਕਹਿ ਰਹੇ ਨੇ ਸਾਊਂਡ ਪ੍ਰੋਬਲਮ। ਆਈ ਹੋਪ ਕਿ ਰਮਨ ਵਿਰਕ ਜੀ ਸਾਊਂਡ ਪ੍ਰੋਬਲਮ ਹੁਣ ਬਿਲਕੁਲ ਸਹੀ ਹੋਗੀ, ਤੁਹਾਨੂੰ ਆਵਾਜ਼ ਸਾਡੀ ਕਲੀਅਰ ਸੁਣ ਰਹੀ ਹੋਏਗੀ। ਤੇ ਖੁਰਮ ਅਬਾਸ ਜੀ ਨੇ ਸਾਨੂੰ ਪੁੱਛਿਆ ਪਲੀਜ਼ ਇਨਫੋਰਮੇਸ਼ਨ ਅਬਾਊਟ ਦੀ ਬਾਰਡਰ ਫॉर 489 ਵੀਜ਼ਾ ਫਰਮ ਪਾਕਿਸਤਾਨ ਟੂ ਆਸਟ੍ਰੇਲੀਆ। ਖੁਰਮ ਜੀ, ਹਜੇ ਪਾਕਿਸਤਾਨ ਤੇ ਇੰਡੀਆ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਚੱਲ ਰਹੇ ਨੇ ਜੀ। ਤਾਂ ਮੇਰੇ ਖਿਆਲ ਨਾਲ ਜਦੋਂ ਇਹ ਥੋੜੀ ਜਿਹੀ ਕੰਡੀਸ਼ਨ ਸਬਡਿਊ ਹੁੰਦੀ ਆ ਜੀ, ਥੋੜੀ ਜਿਹੀ ਕੰਡੀਸ਼ਨ ਠੀਕ ਹੁੰਦੀ ਆ, ਤਾਂ ਉਸ ਤੋਂ ਬਾਅਦ ਹੀ ਬਾਰਡਰ ਓਪਨ ਬਾਰੇ ਸੋਚ ਸਕਦੇ ਆ ਜੀ। ਤਾਂ ਵੀ ਆਰ ਲੁਕਿੰਗ ਐਟ ਪ੍ਰੋਬਬਲੀ ਪੋਸਟ ਜੁਲਾਈ ਜੀ, ਐਟਲੀਸਟ ਪੋਸਟ ਜੁਲਾਈ ਜੀ। ਤੇ ਕਰਨਵੀਰ ਜੀ ਪੁੱਛ ਰਹੇ ਨੇ ਕੈਨ ਵੀ ਕਨਵਰਟ 482 ਟੂ 186? ਹਾਂਜੀ ਕਰਨਵੀਰ ਜੀ, 482 ਨੂੰ 186 ਕਨਵਰਟ ਕਰ ਸਕਦੇ ਆ। ਡਿਪੈਂਡ ਕਰਦਾ ਜੀ ਤੁਹਾਡੀ ਆਕੂਪੇਸ਼ਨ ਕੀ ਹੈ। ਜੇ ਤੁਹਾਡੀ ਆਕੂਪੇਸ਼ਨ MLT SSL ਲਿਸਟ ਤੇ ਹੈਗੀ ਆ ਜੀ, ਤੇ ਤੁਸੀਂ 186 ਦੀਆਂ ਕੰਡੀਸ਼ਨਾਂ ਪੂਰੀਆਂ ਕਰਦੇ ਹੋ, ਤਾਂ ਡੈਫੀਨਿਟਲੀ ਤੁਸੀਂ ਕਨਵਰਟ ਕਰ ਸਕਦੇ ਹੋ ਜੀ। ਤੇ ਅਜੇ ਜੀ, ਜਿਵੇਂ ਤੁਸੀਂ ਪਹਿਲਾਂ ਹੀ ਦੱਸਿਆ ਹੈ ਕਿ ਐਟ ਦਾ ਮੂਮੈਂਟ ਜਿਹੜੀ ਸਿਚੁਏਸ਼ਨ ਆ ਕੋਵਿਡ ਕਰਕੇ ਕਾਫੀ ਵਰਸਟ ਹੋਈ ਪਈ ਹੈ ਇੰਡੀਆ ਦੇ ਵਿੱਚ, ਪਰ ਫਿਰ ਵੀ ਜਿਹੜੇ ਸਵਾਲ ਨੇ ਸਾਡੇ ਕੋਲ ਪੁੱਛੇ ਗਏ ਨੇ, ਆਡੀਅנס ਵੱਲੋਂ ਭੇਜੇ ਗਏ ਨੇ, ਉਹਨਾਂ ਦਾ ਹੀ ਇੱਕ ਸਵਾਲ ਇਹ ਹੈ ਕਿ ਜੇ ਮੈਂ ਇੰਡੀਆ ਤੋਂ ਸਟੂਡੈਂਟ ਡਿਪੈਂਡੈਂਟ ਵੀਜ਼ਾ ਲੈਣੀ ਆ ਤੇ ਉਹ ਮੈਂ ਲੈ ਸਕਦੀ ਆ, ਮਤਲਬ ਐਜ਼ ਏ ਕਿਵੇਂ ਕੀ ਪ੍ਰੋਸੈਸ ਹੋਊਗਾ ਜੇ ਮੈਂ ਆਉਣਾ ਚਾਹਾਂ ਐਜ਼ ਏ ਸਟੂਡੈਂਟ ਡਿਪੈਂਡੈਂਟ? ਜਿਵੇਂ ਦੱਸਿਆ ਜੀ, ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਹਾਈ ਚੱਲ ਰਿਹਾ ਜੀ। ਹਜੇ ਇਟਸ ਨਾਟ ਅ ਰਾਈਟ ਟਾਈਮ ਟੂ ਅਪਲਾਈ ਕਿ ਆਪਾਂ ਇੰਡੀਆ ਤੋਂ ਹਜੇ ਵੀਜ਼ਾ ਅਪਲਾਈ ਕਰੀਏ ਜੀ, ਕਿਉਂਕਿ ਜਿਨ੍ਹਾਂ ਦੇ ਅਪਰੂਵਲ ਵੀ ਆ ਗਏ ਉਹਨਾਂ ਨੂੰ ਟਰੈਵਲ ਐਗਜ਼ੈਂਪਸ਼ਨ ਨਹੀਂ ਮਿਲ ਰਹੀ। ਟਰੈਵਲ ਐਗਜ਼ੈਂਪਸ਼ਨ ਦੀਆਂ ਕੰਡੀਸ਼ਨਾਂ ਇਹਨਾਂ ਨੇ ਬਹੁਤ ਜ਼ਿਆਦਾ ਹਾਈ ਕਰ ਦਿੱਤੀਆਂ ਨੇ ਜੀ। ਤਾਂ ਮੈਂ ਇਹੀ ਆਪਣੇ ਸਾਰੇ ਸਰੋਤਿਆਂ ਨੂੰ ਗੁਜ਼ਾਰਿਸ਼ ਕਰਦਾ ਥੋੜਾ ਟਾਈਮ ਸਬਰ ਦਾ ਟਾਈਮ ਕੱਢ ਲਓ ਜੀ, ਕਿਉਂਕਿ ਇੱਕ ਵਾਰ ਵੀਜ਼ੇ ਦਾ ਜੇ ਕੋਈ ਨੈਗੇਟਿਵ ਰਿਜ਼ਲਟ ਆ ਗਿਆ, ਦੈਟ ਵਿਲ ਸਟੇ ਔਨ ਯੋਰ ਰਿਕਾਰਡ ਫॉर ਲੌਂਗ ਟਾਈਮ। ਸੋ ਬੀ ਮਾਈਂਡਫੁਲ ਜੀ, ਥੋੜਾ ਜਿਹਾ ਸਬਰ ਕਰੋ ਤੇ ਉਸ ਤੋਂ ਬਾਅਦ ਅਪਲਾਈ ਕਰੋ ਜੀ।
ਥੈਂਕ ਯੂ ਅਜੇ ਜੀ। ਤੇ ਨਾਲ ਹੀ ਹੁਣ ਅਰੁਣ ਜੀ ਕੋ ਗੱਲਬਾਤ ਸ਼ੁਰੂ ਕਰਦੇ ਹਾਂ। ਅਰੁਣ ਜੀ, ਕਿਉਂਕਿ ਐਜੂਕੇਸ਼ਨ ਵੀ ਪੀਆਰ ਦੇ ਨਾਲ ਬਹੁਤ ਇੰਪੋਰਟੈਂਟ ਹੈ। ਜੇ ਅਸੀਂ ਐਜੂਕੇਸ਼ਨ ਲਵਾਂਗੇ ਤੇ ਤਾਂ ਹੀ ਅਸੀਂ ਪੀਆਰ ਦੇ ਪਾਥਵੇ ਤੇ ਪਹੁੰਚਾਂਗੇ। ਬਿਲਕੁਲ ਜੀ। ਸੋ ਪੀਆਰ ਦੀ ਗੱਲ ਅਸੀਂ ਨਾਲ ਜ਼ਰੂਰ ਕਰਾਂਗੇ, ਪਰ ਪਹਿਲਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਕਿ ਫੋਰ ਐਗਜ਼ਾਮਪਲ ਜਿਹੜਾ ਕੁਐਸਚਨ ਸਾਡੇ ਕੋਲ ਭੇਜਿਆ ਗਿਆ ਆ ਸਾਡੀ ਆਡੀਅנס ਵੱਲੋਂ ਕਿ ਜੇ ਮੇਰਾ ਵੀਜ਼ਾ ਆ ਐਜ਼ ਅ ਸਟੂਡੈਂਟ ਵੀਜ਼ਾ ਆ ਜਾਂ ਡਿਪੈਂਡੈਂਟ ਕੋਈ ਵੀ ਵੀਜ਼ਾ ਆ, ਮੈਂ ਆਪਣੇ ਫੈਮਿਲੀ ਮੈਂਬਰ ਇਨਕਲੂਡ ਕਰ ਸਕਦੀ ਹਾਂ ਉਸ ਵੀਜ਼ਾ ਤੇ? ਜੇ ਕਰ ਸਕਦੀ ਹਾਂ ਤੇ ਉਹਦੀਆਂ ਰਿਕੁਆਇਰਮੈਂਟਸ ਕੀ ਹੋਣਗੀਆਂ? ਤੇ ਜਿਹੜਾ ਲੈਵਲ 1 ਕਾਲਜ ਆ ਉਹਦੇ ਵਾਸਤੇ ਠੀਕ ਹੋਊਗਾ? ਮੈਨੂੰ ਕਿਹੜੇ ਲੈਵਲ ਤੇ ਕਾਲਜ ਤੇ ਜਿਹੜਾ ਆ ਅਪਲਾਈ ਕਰਨਾ ਪਊਗਾ? ਇਹ ਸਵਾਤੀ ਇਹਦਾ ਰਲਮਾ ਮਿਲਮਾ ਆਨਸਰ ਇਹ ਆ। ਸਭ ਤੋਂ ਪਹਿਲੇ ਕਿ ਜਿਹੜੇ ਲੈਵਲ ਨੇ ਕਾਲਜਿਸ ਦੇ ਜੀ, ਉਹਦੇ ਨਾਲ ਇਹ ਫਰਕ ਪੈਂਦਾ। ਜੇ ਤੁਸੀਂ ਆਪਣੀ ਵੀਜ਼ਾ ਅਪਲਾਈ ਕਰ ਲਾਂਗੇ ਐਜ਼ ਅ ਪ੍ਰਾਇਮਰੀ ਐਪਲੀਕੈਂਟ ਜਾਂ ਸਟੂਡੈਂਟ ਵੀਜ਼ਾ ਅਪਲਾਈ ਕਰ ਲਾਂਗੇ ਜੀ, ਤਾਂ ਡਿਪਾਰਟਮੈਂਟ ਵੱਲੋਂ ਤੁਹਾਨੂੰ ਫੰਡਸ ਤੇ ਇੰਗਲਿਸ਼ ਦੀ ਐਗਜ਼ਾਮਟ ਕੀਤਾ ਜਾ ਸਕਦਾ ਜੀ, ਜਿਹੜੀ ਰਿਕੁਆਇਰਮੈਂਟ ਆ। ਪਰ ਜੇ ਡਿਪੈਂਡੈਂਟ ਵੀਜ਼ਾ ਤੁਸੀਂ ਨਾਲ ਪਾਉਣ ਲੱਗੇ ਹੋ ਤਾਂ ਉਸਦੀ ਅਲੱਗ ਰਿਕੁਆਇਰਮੈਂਟਸ ਨੇ ਜੀ। ਕਿ ਵੀ ਸਪੋਜ਼ ਜੇ ਤੁਸੀਂ ਇਕੱਲਾ ਸਟੂਡੈਂਟ ਵੀਜ਼ਾ ਪਹਿਲਾਂ ਗ੍ਰਾਂਟ ਹੋਇਆ ਹੋਇਆ ਤਾਂ ਤੁਸੀਂ ਉਹ ਡਿਪੈਂਡੈਂਟ ਵੀਜ਼ਾ ਨਾਲ ਅਪਲਾਈ ਕਰ ਰਹੇ ਹੋ ਜੀ, ਤਾਂ ਤੁਹਾਨੂੰ ਫਿਰ ਉਹਦੀ ਰਿਕੁਆਇਰਮੈਂਟ ਜਿਵੇਂ ਫੰਡਸ ਸ਼ੋਅ ਕਰਨੇ ਪੈ ਸਕਦੇ ਨੇ। ਜੀ, ਠੀਕ ਹੈ ਜੀ। ਤੇ ਹੁਣ ਇਹਦੇ ਵਿੱਚ ਅਲੱਗ ਚੀਜ਼ ਆਉਂਦੀ ਕਿ ਤੁਸੀਂ ਔਨਸ਼ੋਰ ਅਗਰ ਡਿਪੈਂਡੈਂਟ ਵੀਜ਼ਾ ਪਾ ਰਹੇ ਹੋ ਕਿ ਔਨਸ਼ੋਰ ਪਾ ਰਹੇ ਹੋ। ਜੇ ਆਫਸ਼ੋਰ ਪਾ ਰਹੇ ਆ ਤੇ ਉਹਦਾ ਕੀ ਪ੍ਰੋਸੈਸ ਹੋਏਗਾ? ਜੇ ਔਨਸ਼ੋਰ ਪਾ ਰਹੇ ਆ ਤੇ ਫੈਮਿਲੀ ਜੇ ਇਨਕਲੂਡ ਕਰਨੀ ਹੋਵੇ ਤੇ ਉਹਦਾ ਕੀ ਪ੍ਰੋਸੈਸ ਹੁਣ ਹੋਏਗਾ? ਸਪੋਜ਼ ਔਨਸ਼ੋਰ ਦੀ ਮੈਂ ਇੱਕ ਐਗਜ਼ਾਮਪਲ ਦਿੰਦਾ। ਸਪੋਜ਼ ਤੁਸੀਂ ਉਰੇ ਸਿੰਗਲ ਉਰੇ ਆਏ ਸੀ ਪੜ੍ਹਨ ਵਾਸਤੇ ਤੇ ਉਸ ਤੋਂ ਬਾਅਦ ਤੁਸੀਂ ਮੈਰਿਜ ਕਰਵਾ ਲਈ ਉਰੇ ਜੀ, ਤੁਹਾਡੇ ਜਿਹੜੇ ਪਾਰਟਨਰ ਆ ਉਹ ਸਟੱਡੀ ਵੀਜ਼ੇ ਤੇ ਆ ਜੀ, ਜਾਂ ਟੀਆਰ ਤੇ ਕਿਸੇ ਵੀ ਵੀਜ਼ੇ ਤੇ, ਜਿਹਦੇ ਸਪੋਜ਼ ਸਟੱਡੀ ਵੀਜ਼ਾ ਟੀਆਰ ਤੇ ਨੇ ਤਾਂ ਡਿਪੈਂਡੈਂਟ ਵੀਜ਼ਾ ਤੁਹਾਡੇ ਨਾਲ ਐਡ ਹੋ ਸਕਦੇ ਨੇ। ਜੀ, ਠੀਕ ਹੈ। ਜੇ ਤੁਸੀਂ ਸਪੋਜ਼ ਆਫਸ਼ੋਰ ਹੋ, ਤੁਸੀਂ ਆਊਟ ਆਫ ਆਸਟ੍ਰੇਲੀਆ, ਤਾਂ ਤੁਸੀਂ ਡਿਪੈਂਡੈਂਟ ਵੀਜ਼ਾ ਅਪਲਾਈ ਕਰ ਰਹੇ ਹੋ ਜੀ, ਤਾਂ ਜਿਹੜਾ ਔਨਸ਼ੋਰ ਆ ਉਹ ਸਕਸੈਸ ਰੇਟ ਕਾਫੀ ਜ਼ਿਆਦਾ ਵਧੀਆ ਅੱਜ ਕੱਲ੍ਹ ਟਾਈਮ ਦੇ ਵਿੱਚ। ਜੀ, ਆਫਸ਼ੋਰ ਥੋੜ੍ਹਾ ਜਿਹਾ ਇੰਨਾ ਵਧੀਆ ਨਹੀਂ ਹੈਗਾ। ਜੀ। ਅਰੁਣ ਜੀ, ਗੱਲ ਕਰ ਰਹੇ ਸੀ ਆਪਾਂ ਫੈਮਿਲੀ ਮੈਂਬਰਸ ਨੂੰ ਇਨਕਲੂਡ ਕਰਨ ਦੀ ਜੀ। ਔਨਸ਼ੋਰ ਤੇ ਆਫਸ਼ੋਰ। ਜੀ। ਜੇ ਅਸੀਂ ਔਨਸ਼ੋਰ ਕਰਦੇ ਆ ਤਾਂ ਫੈਮਿਲੀ ਮੈਂਬਰ ਦੀ ਕਿੰਨੀ ਕੁ ਜਿਹੜੀ ਫੀਸ ਆ ਸਾਨੂੰ ਜਿਹੜੀ ਸ਼ੋ ਕਰਨੀ ਪਊਗੀ, ਫਾਈਨੈਂਸ਼ੀਅਲ ਜਿਹੜੀ ਸਿਚੁਏਸ਼ਨ, ਤੇ ਆਫਸ਼ੋਰ ਜਿਹੜੀ ਉਹ ਕਿੰਨੀ ਕਰਨੀ ਪਊਗੀ? ਉਹ ਡਬਲ ਹੋਊਗੀ ਜਾਂ ਥੋੜਾ ਅਲੱਗ ਸਿਸਟਮ ਉਹਦੇ ਵਾਸਤੇ ਹੋਊਗਾ? ਜੇ ਤੁਸੀਂ ਡਿਪੈਂਡੈਂਟ ਵੀਜ਼ਾ ਅਪਲਾਈ ਕਰਨ ਲੱਗੇ ਹੋ ਜੀ, ਤਾਂ ਤੁਹਾਨੂੰ 1 ਸਾਲ ਦੀ ਤੁਹਾਡੇ ਪ੍ਰਾਇਮਰੀ ਐਪਲੀਕੈਂਟ ਦੀ ਫੀਸ ਜੀ, ਪਲੱਸ 1000 ਰਿਟਰਨ ਟਿਕਟ ਪ੍ਰਾਇਮਰੀ ਐਪਲੀਕੈਂਟ ਦੀ ਪਲੱਸ 7000 ਤੁਹਾਡੇ ਪਾਰਟਨਰ ਦੀ ਜੀ, ਪਲੱਸ 1000 ਉਹਦੀ ਰਿਟਰਨ ਟਿਕਟ। ਜੀ, ਇਹ ਤੁਹਾਨੂੰ ਤੇ 1 ਸਾਲ ਦਾ ਰਹਿਣ ਦਾ ਐਕਸਪੈਂਸਿਸ ਜੀ, ਤੁਹਾਨੂੰ ਇਹ ਚੀਜ਼ਾਂ ਸ਼ੋਅ ਕਰਨੀ ਪੈਣਗੀਆਂ। ਜੀ, ਠੀਕ ਹੈ। ਜੇ ਤੁਹਾਡੇ ਨਾਲ ਕੋਈ ਬੱਚਾ ਕੋਈ ਹੋਰ ਹੈਗਾ ਜੀ, ਤਾਂ ਰਫਲੀ 3 ਤੋਂ 5000 ਪਰ ਚਾਈਲਡ ਤੁਹਾਨੂੰ ਹੋਰ ਸ਼ੋਅ ਕਰਨਾ ਪਏਗਾ। ਜੀ, ਤਾਂ ਇਹਨੇ ਤੁਹਾਨੂੰ ਫੰਡ ਸ਼ੋਅ ਕਰਨੇ ਪੈਣਗੇ। ਜੀ, ਬਿਲਕੁਲ ਜੀ, ਥੈਂਕ ਯੂ। ਤੇ ਜੇ ਅਸੀਂ ਗੱਲ ਕਰੀਏ ਟਰੈਵਲ, ਜਿੱਦਾਂ ਗੱਲ ਕਰ ਰਹੇ ਸੀ ਐਗਜ਼ੈਂਪਸ਼ਨ, ਟਰੈਵਲ ਐਗਜ਼ੈਂਪਸ਼ਨ, ਸਭ ਤੋਂ ਪਹਿਲਾਂ ਜੇ ਤੁਸੀਂ ਕਲੀਅਰ ਕਰ ਦਿਓ ਕਿ ਟਰੈਵਲ ਐਗਜ਼ੈਂਪਸ਼ਨ ਹੁੰਦੀ ਕੀ ਹੈ? ਅੱਜ ਜੀ ਟਰੈਵਲ ਐਗਜ਼ੈਂਪਸ਼ਨ ਦੇਖੋ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਜੀ ਕਿ ਜੇ ਆਸਟ੍ਰੇਲੀਆ ਤੋਂ ਐਂਟਰ ਹੋਣਾ ਜਾਂ ਆਸਟ੍ਰੇਲੀਆ ਤੋਂ ਐਗਜ਼ਿਟ ਹੋਣਾ ਜੀ, ਤਾਂ ਤੁਹਾਨੂੰ ਹੁਣ ਪਹਿਲਾਂ ਵਰਗੀ ਫਰੀडम ਨਹੀਂ ਹੈਗੀ। ਤੁਹਾਨੂੰ ਆਸਟ੍ਰੇਲੀਅਨ ਗਵਰਨਮੈਂਟ ਤੋਂ ਵੀਜ਼ੇ ਤੋਂ ਇਲਾਵਾ ਸੈਪਰੇਟ ਪਰਮਿਸ਼ਨ ਲੈਣੀ ਪੈਣੀ ਆ ਕਿ ਉਹ ਵੀਜ਼ੇ ਦੇ ਹੁੰਦੇ ਹੋਏ ਵੀ ਤੁਹਾਨੂੰ ਅਲਾਉ ਕਰਨ ਕਿ ਤੁਸੀਂ ਆਸਟ੍ਰੇਲੀਆ 'ਚ ਐਂਟਰ ਹੋ ਸਕਦੇ ਹੋ ਜਾਂ ਆਸਟ੍ਰੇਲੀਆ ਤੋਂ ਐਗਜ਼ਿਟ ਹੋ ਸਕਦੇ ਹੋ। ਇਹ ਟਰੈਵਲ ਐਗਜ਼ੈਂਪਸ਼ਨ ਹੈ ਜੀ। ਤੇ ਜੇ ਮੈਂ ਮੰਨ ਲਓ ਕਿ ਇੱਥੇ ਆ ਤੇ ਮੇਰੇ ਹਸਬੰਡ ਜਿਹੜੇ ਆ ਇੰਡੀਆ ਤੇ ਕੋਵਿਡ ਕਾਰਨ ਸਟਕ ਹੋ ਗਿਆ, ਤੇ ਉਹਨਾਂ ਦੀ ਐਗਜ਼ੈਂਪਸ਼ਨ ਵਾਸਤੇ ਕੀ ਰਿਕੁਆਇਰਮੈਂਟ ਹੋਊਗੀ? ਕਿ ਪ੍ਰੋਸੈਸ ਲੰਬਾ ਹੋਊਗਾ, ਮੈਨੂੰ ਵੇਟ ਕਰਨੀ ਪਊਗੀ? ਕਿਸ ਤਰ੍ਹਾਂ ਚੱਲੂਗਾ ਪ੍ਰੋਸੈਸ? ਪਹਿਲਾਂ ਤਾਂ ਇਹ ਜੀ ਡਿਪੈਂਡ ਕਰਦਾ ਤੁਹਾਡਾ ਵੀਜ਼ਾ ਸਟੇਟਸ ਕੀ ਹੈ ਜੀ। ਜੇ ਤੁਸੀਂ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੋ ਜੀ ਤੇ ਤੁਹਾਡੇ ਪਾਰਟਨਰ ਉੱਥੇ ਨੇ ਤਾਂ ਤੁਹਾਨੂੰ ਟਰੈਵਲ ਐਗਜ਼ੈਂਪਸ਼ਨ ਦੀ ਕੋਈ ਲੋੜ ਨਹੀਂ ਹੈਗੀ ਜੀ। ਤਾਂ ਤੁਸੀਂ ਉਸ ਤੇ ਬਿਨਾਂ ਟਰੈਵਲ ਐਗਜ਼ੈਂਪਸ਼ਨ ਤੋਂ ਵੀ ਟਰੈਵਲ ਕਰ ਸਕਦੇ ਹੋ ਜੀ, ਪਰ ਬਸ਼ਰਤੇ ਉਹਨਾਂ ਕੋਲ ਇਸ ਬੇਸ ਦੇ ਉੱਤੇ ਵੀਜ਼ਾ ਹੋਵੇ ਜੀ। ਜੇ ਉਹਨਾਂ ਕੋਲ ਵੀਜ਼ਾ ਨਹੀਂ ਹੈਗਾ ਜਾਂ ਤੁਸੀਂ ਆਪਣਾ ਪਾਰਟਨਰ ਵੀਜ਼ਾ ਅਪਲਾਈ ਕੀਤਾ ਹੋਇਆ ਜੀ, ਤਾਂ ਟਰੈਵਲ ਐਗਜ਼ੈਂਪਸ਼ਨ ਲਈ ਤੁਹਾਨੂੰ ਇੱਕ ਟਰੈਵਲ ਐਗਜ਼ੈਂਪਸ਼ਨ ਵੀ ਇੱਕ ਮਿਨੀ ਪਾਰਟਨਰ ਵੀਜ਼ਾ ਐਪਲੀਕੇਸ਼ਨ ਹੀ ਬਣ ਜਾਂਦੀ ਹੈ, ਕਿਉਂਕਿ ਤੁਹਾਨੂੰ ਆਪਣੀ ਰਿਲੇਸ਼ਨਸ਼ਿਪ ਦੇ ਸਾਰੇ ਐਵੀਡੈਂਸ ਉਹਨਾਂ ਨੂੰ ਪ੍ਰੋਵਾਈਡ ਕਰਨੇ ਪੈਣਗੇ ਜੀ। ਜੀ, ਬਿਲਕੁਲ ਜੀ। ਤਾਂ ਤੁਸੀਂ ਸਾਰੇ ਐਵੀਡੈਂਸ ਉਹਨਾਂ ਨੂੰ ਪ੍ਰੋਵਾਈਡ ਕਰੋਗੇ ਤਾਂ ਤੁਹਾਨੂੰ ਟਰੈਵਲ ਐਗਜ਼ੈਂਪਸ਼ਨ ਗ੍ਰਾਂਟ ਕਰ ਦੇਣਗੇ। ਹਜੇ ਇਹ ਚੀਜ਼ਾਂ ਜਿਵੇਂ ਤੁਹਾਨੂੰ ਦੱਸਿਆ ਵੀ ਇੰਡੀਆ ਦੀ ਕੰਡੀਸ਼ਨ ਖਰਾਬ ਆ ਤਾਂ ਟਰੈਵਲ ਐਗਜ਼ੈਂਪਸ਼ਨ ਮਿਲਣੀ ਬਹੁਤ ਜ਼ਿਆਦਾ ਔਖੀ ਆ, ਤਾਂ ਥੋੜਾ ਜਿਹਾ ਵੇਟ ਕਰ ਲਓ 2 ਤੋਂ 4 ਵੀਕ ਜੀ। ਤੇ ਇਸ ਤੋਂ ਇਲਾਵਾ ਜੇ ਤੁਸੀਂ ਪਰਮਨੈਂਟ ਰੈਜ਼ੀਡੈਂਟਸ ਨਹੀਂ ਹੈਗੇ ਜੀ ਤਾਂ ਦ ਥ੍ਰੈਸ਼ਹੋਲਡ ਇਜ਼ ਵੈਰੀ ਹਾਈ, ਮਤਲਬ ਕਿ ਥ੍ਰੈਸ਼ਹੋਲਡ ਬਹੁਤ ਜ਼ਿਆਦਾ ਹਾਈ ਹੈ ਜੀ। ਤੇ ਅਗਲੇ 2 ਤੋਂ 4 ਵੀਕਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਜੀ ਕਿਸੇ ਵੀ ਟੈਂਪਰੇਰੀ ਵੀਜ਼ਾ ਹੋਲਡਰ ਦਾ ਫੈਮਿਲੀ ਮੈਂਬਰ ਇਸ ਚੀਜ਼ ਨੂੰ ਮੀਟ ਕਰ ਸਕਦਾ ਜੀ। ਜੀ। ਤੇ ਨਾਲ ਹੀ ਸਵਾਲ ਵੱਲ ਚੱਲਦੇ ਹਾਂ। ਨਵਨੀਤ ਕੌਰ ਜੀ ਨੇ ਸਾਨੂੰ ਪੁੱਛਿਆ, ਮਾਈ ਫਰੈਂਡ ਇਜ਼ ਡੂਇੰਗ ਕਮਰਸ਼ੀਅਲ ਕੁਕਰੀ ਐਂਡ ਹਰ ਸਟੱਡੀ ਇਜ਼ ਗੋਇੰਗ ਟੂ ਫਿਨਿਸ਼ ਇਨ ਮਾਰਚ 2022. She would like to know if she should choose cookery as her PR pathway or need to do any other course as well. ਡਿਪੈਂਡ ਕਰਦਾ ਜੀ ਤੁਸੀਂ ਕੁਕਰੀ ਕਰਨ ਤੋਂ ਬਾਅਦ ਕੀ ਕਰਦੇ ਹੋ। ਜੇ ਤੁਸੀਂ ਆਪਣੀ ਫੀਲਡ ਵਿੱਚ ਕੰਮ ਕਰਦੇ ਹੋ, ਰੀਜਨਲ ਮੂਵ ਹੁੰਦੇ ਹੋ ਜਾਂ ਕਿਸੇ ਡਿਫਰੈਂਟ ਸਟੇਟ ਜਿਵੇਂ ਸਾਊਥ ਆਸਟ੍ਰੇਲੀਆ ਜਾਂ ਤਸਮਾਨੀਆ, ਨਿਊ ਸਾਊਥ ਵੇਲ, ਕੈਨਬਰਾ ਵਗੈਰਾ ਹੋਰ ਸਟੇਟ ਦੇ ਵਿੱਚ ਵੀ ਮੂਵ ਹੁੰਦੇ ਹੋ
ਤਾਂ देयर इज अ गुड चांस। ਮੈਨੂੰ ਲੱਗਦਾ ਨਹੀਂ ਤੁਹਾਨੂੰ ਹੋਰ ਕੋਈ ਆਕੂਪੇਸ਼ਨ ਚੂਜ਼ ਕਰਨ ਦੀ ਲੋੜ ਆ। ਸਿਰਫ ਲੋੜ ਆ ਤਾਂ ਆਪਣੀ ਆਕੂਪੇਸ਼ਨ ਵਿੱਚ ਜੈਨੂਇਨ ਕੰਮ ਕਰਨ ਦੀ, ਐਕਸਪੀਰੀਅੰਸ ਗੇਨ ਕਰਨ ਦੀ, ਆਪਣੇ ਸਕਿੱਲਸ ਵਧਾਉਣ ਲਈ। ਜੇ ਤੁਹਾਡੇ ਕੋਲ ਇਸ ਫੀਲਡ ਵਿੱਚ ਸਕਿੱਲਸ ਹੈਗੇ ਨੇ ਤਾਂ ਇਹਦੇ ਵਿੱਚ PR ਹੋਣੀ ਬਹੁਤ ਸੌਖੀ ਹੈ ਐਜ਼ ਕੰਪੇਅਰ ਟੂ ਅਦਰ ਆਕੂਪੇਸ਼ਨਸ। ਜੀ ਬਿਲਕੁਲ ਜੀ। ਤੇ ਇਹ ਅਸੀਂ ਗੱਲਾਂ ਕੀਤੀਆਂ ਸੀਗੀਆਂ ਕਿ ਕਿਵੇਂ ਜੇ ਤੁਸੀਂ ਸਟਕ ਹੋ ਇੰਡੀਆ ਤੇ ਕਿਵੇਂ ਐਗਜ਼ੈਂਪਸ਼ਨ ਜਿਹੜੀ ਆ ਤੁਹਾਨੂੰ ਮਿਲ ਸਕਦੀ ਹੈ, ਕੀ ਰਿਕੁਆਇਰਮੈਂਟ ਹੈ ਨਿਊਜ਼ੀਲੈਂਡ ਤੋਂ ਜਿਹੜਾ ਆਸਟ੍ਰੇਲੀਆ ਦਾ ਟ੍ਰਾਂਸਫਰਬਲ। ਇਸ ਦੇ ਨਾਲ ਹੀ ਜੇ ਅਸੀਂ ਹੁਣ ਚਲੀਏ ਵੀਜ਼ਾ 189 ਦੇ ਬਾਰੇ, ਜੇ ਕੋਈ ਇੰਡੀਆ ਦੇ ਵਿੱਚ ਸਟਕ ਹੈ ਆਫਸ਼ੋਰ 189 ਵੀਜ਼ਾ ਅਪਲਾਈ ਕਰ ਸਕਦਾ ਹੈ, ਤੇ ਜੇ ਕਰ ਸਕਦਾ ਤੇ ਉਹਦੀਆਂ ਰਿਕੁਆਇਰਮੈਂਟਸ ਕੀ ਹੋਣਗੀਆਂ? 186 ਵੀਜ਼ਾ ਅਪਲਾਈ ਕਰਨ ਦੇ ਲਈ ਪਹਿਲਾਂ ਆਪਾਂ ਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਅਪਲਾਈ ਕਰਨਾ ਪੈਂਦਾ ਜੀ। ਤੇ ਅੱਜ ਦੀ ਘੜੀ ਚਾਹੇ ਔਨਸ਼ੋਰ ਹੋ ਚਾਹੇ ਆਫਸ਼ੋਰ ਹੋ, ਜੇ ਤੁਹਾਡੀ ਆਕੂਪੇਸ਼ਨ PMS ਲਿਸਟ ਵਿੱਚ ਨਹੀਂ ਹੈਗੀ ਜੀ, ਚਾਹੇ ਹੈਗੀ ਵੀ ਫਿਰ ਵੀ ਜੇ ਨਹੀਂ ਹੈਗੀ ਤਾਂ ਉਹ ਇਹਨਾਂ ਨੂੰ ਕੰਸੀਡਰ ਨਹੀਂ ਕਰ ਰਹੇ ਜੀ। ਤਾਂ ਜਿਹੜੀ ਆਕੂਪੇਸ਼ਨ ਆ ਉਹਦੇ ਵਿੱਚ ਹੈਗੀਆਂ ਨੇ ਜੀ, ਉਹਦੇ ਵਿੱਚ ਵੀ ਉਹ ਮੈਡੀਕਲ ਜਾਂ ਹੈਲਥ ਵਰਕਰ ਨੂੰ ਹੀ ਪ੍ਰਾਇੋਰਟਾਈਜ਼ ਕਰ ਰਹੇ ਨੇ ਜੀ। ਤੇ ਉਹਦੇ ਵਿੱਚ ਮੈਡੀਕਲ ਤੇ ਹੈਲਥ ਵਰਕਰ ਦੇ ਵਿੱਚੋਂ ਵੀ ਜਿਹੜੇ ਔਨਸ਼ੋਰ ਨੇ ਆਸਟ੍ਰੇਲੀਆ ਦੇ ਵਿੱਚ ਨੇ, ਜਿਹੜੇ ਆਪਣੀ ਫੀਲਡ ਵਿੱਚ ਕੰਮ ਕਰ ਰਹੇ ਨੇ, ਉਹਨਾਂ ਨੂੰ ਉਸ ਤੋਂ ਵੱਧ ਪ੍ਰਾਇੋਰਟੀ ਮਿਲ ਰਹੀ ਹੈ ਜੀ। ਤਾਂ ਜੇ ਤੁਸੀਂ ਇੰਡੀਆ ਦੇ ਵਿੱਚੋਂ ਤਾਂ ਚਾਂਸਿਸ ਆ ਲਿਟਲ ਬਿਟ ਗ੍ਰਿਮ, ਤੇ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚੋਂ ਤਾਂ ਆਪਣੇ ਹੈਲਥ ਸੈਕਟਰ ਨਰਸਿਸ ਹੋ ਜਾਂ ਡਾਕਟਰ ਹੋ ਜਾਂ ਮੈਡੀਕਲ ਲੈਬੋਰਟਰੀ ਸਾਇੰਟਿਸਟ, ਜਿਹੜੇ ਵੀ ਮੈਡੀਕਲ ਰਿਲੇਟਡ ਫੀਲਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਤਾਂ ਤੁਹਾਡੇ ਚਾਂਸਿਸ ਹਾਈ ਨੇ। ਜੇ ਤੁਹਾਡੇ 80+ ਪੁਆਇੰਟ ਨੇ ਤਾਂ ਦੇਰ ਇਜ਼ ਹਾਈਲੀ ਲਾਈਕਲੀ ਤੁਹਾਡਾ 189 ਇਨਵੀਟੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦਾ, ਜੁਲਾਈ ਤੋਂ ਪਹਿਲਾਂ ਜੀ। ਗੁੱਡ ਨਿਊਜ਼ ਆ ਜੀ ਉਹਨਾਂ ਵਾਸਤੇ, ਜਿਵੇਂ ਤੁਸੀਂ 186 ਵਾਸਤੇ ਐਕਸਪਲੇਨ ਕੀਤਾ। ਤੇ ਅਜੇ ਜੀ, ਅਰੁਣ ਜੀ, ਕਿਉਂ ਨਾ ਇੱਕ ਛੋਟੀ ਜੀ ਬ੍ਰੇਕ ਲਿੱਤੀ ਜਾਵੇ, ਤੇ ਬ੍ਰੇਕ ਤੋਂ ਬਾਅਦ ਸਾਡੇ ਆਡੀਅנס ਵੱਲੋਂ ਭੇਜੇ ਗਏ ਕੁਐਸਚਨਸ ਜਿਹੜੇ ਉਹਨਾਂ ਦਾ ਜਵਾਬ ਦਿੱਤਾ ਜਾਵੇ, ਤੇ ਜਿਹੜੇ ਫਰਦਰ ਜਿਹੜੇ ਕੁਐਸਚਨਸ ਰਹਿ ਗਏ ਉਹਨਾਂ ਨੂੰ ਡਿਸਕਸ ਕੀਤਾ ਜਾਵੇ। ਲੈਨੇ ਆ ਜੀ ਇੱਕ ਛੋਟੀ ਜੀ ਬ੍ਰੇਕ, ਤੇ ਮਿਲਦੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਧੰਨਵਾਦ ਜੀ। ਸਿੰਘ ਹੋਲਸੇਲ ਐਂਡ ਰਿਟੇਲ ਇੰਡੀਅਨ ਗਰੋਸਰੀ ਸਟੋਰ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਿੰਘ ਹੋਲਸੇਲ ਐਂਡ ਰਿਟੇਲ ਤੁਹਾਡੀ ਸੇਵਾ ਵਿੱਚ ਪੇਸ਼ ਕਰਦੇ ਹਨ ਵਧੀਆ ਤੇ ਉੱਤਮ ਕੁਆਲਿਟੀ ਦੇ ਪ੍ਰੋਡਕਟਸ, ਉਹ ਵੀ ਘੱਟ ਕੀਮਤਾਂ ਤੇ। ਇਸ ਦੇ ਨਾਲ ਧਾਰਮਿਕ ਤਸਵੀਰਾਂ ਤੇ ਮੂਰਤੀਆਂ ਤੇ ਵੱਖ-ਵੱਖ ਆਕਾਰ ਦੇ ਬਣੇ ਹੋਏ ਸੋਹਣੇ ਮੰਦਰ। ਆਪਣੀ ਬਿਹਤਰੀਨ ਕਸਟਮਰ ਸਰਵਿਸ ਦੇ ਨਾਲ ਸਿੰਘ ਹੋਲਸੇਲ ਰਿਟੇਲ ਪੇਸ਼ ਕਰਦੇ ਨੇ ਪਿੱਤਲ ਦੇ ਬਰਤਨ, ਜਿਵੇਂ ਕਿ ਪਾਣੀ ਪੀਣ ਲਈ ਜੱਗ, ਗਿਲਾਸ ਤੇ ਡੂੰਘੇ। ਇੰਡੀਆ ਦੀ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇੰਡੀਅਨ ਟੀ ਸੈਟ ਐਂਡ ਡਿਨਰ ਸੈਟ, ਮਿੱਟੀ ਦੇ ਬਣੇ ਹਰ ਪ੍ਰਕਾਰ ਦੇ ਬਰਤਨ, ਲੂਣ ਅਤੇ ਕੋਟਨੇ, ਰੰਗ ਬਿਰੰਗੇ ਸੂਤ ਨਾਲ ਬੁਣੇ ਹੋਏ ਮਜ਼ਬੂਤ ਬਾਈਆਂ ਵਾਲੇ ਮੰਜੇ। ਜੇ ਤੁਸੀਂ ਮਿਸ ਕਰ ਰਹੇ ਹੋ ਤੰਦੂਰੀ ਸਵਾਦ, ਤਾਂ ਅੰਦਰੋਂ ਟ੍ਰੈਡੀਸ਼ਨਲ ਤੇ ਬਾਹਰੋਂ ਸਟੀਲ ਨਾਲ ਬਣੇ ਲੌਂਗ ਟਰਮ ਲਈ ਚੱਲਣ ਵਾਲੇ ਤੰਦੂਰ। ਹੋਮਵੇਅਰ ਆਈਟਮਸ ਵਿੱਚ ਉੱਤਮ ਕੁਆਲਿਟੀਜ਼ ਤੇ ਡਿਜ਼ਾਈਨ ਦੀਆਂ ਚਾਦਰਾਂ, ਕਲਰਫੁਲ ਬਲੈਂਕੇਟਸ, ਇੰਡੀਅਨ ਬ੍ਰਾਂਡਡ ਸੂਟਕੇਸ, ਮੁਟਿਆਰਾਂ ਦੀ ਆਕਰਸ਼ਕ ਜੁਐਲਰੀ ਜਿਵੇਂ ਕਿ ਰੰਗ ਬਰੰਗੀਆਂ ਚੂੜੀਆਂ, ਗਜਰੇ ਤੇ ਹੋਰ ਵੀ ਮੇਕਅਪ ਦਾ ਸਮਾਨ, ਸੋਹਣੀਆਂ ਤੇ ਕਲਰਫੁਲ ਪੰਜਾਬੀ ਜੁੱਤੀਆਂ, ਤੇ ਇਸ ਦੇ ਨਾਲ ਰਿਲੈਕਸਰਸ ਦੀਆਂ ਚੱਪਲਾਂ, ਪੂਜਾ ਥਾਲ, ਜਾਗੋ ਦਾ ਸਮਾਨ, ਛੱਜ ਤੇ ਹੋਰ ਵੀ ਸ਼ਗਨਾਂ ਦੇ ਸਮਾਨ ਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਸਿੰਘ ਹੋਲਸੇਲ ਤੇ ਰਿਟੇਲਸ ਨੂੰ। ਇਸ ਤੋਂ ਇਲਾਵਾ ਫਰੋਜ਼ਨ ਆਈਟਮਸ, ਮਸਾਲੇ, ਦਾਲਾਂ ਤੇ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਡਕਟਸ ਦੇ ਲਈ ਅੱਜ ਹੀ ਵਿਜ਼ਿਟ ਕਰੋ ਸਿੰਘ ਹੋਲਸੇਲ ਐਂਡ ਰਿਟੇਲ। ਐਡਰੈਸ ਹੈ ਜੀ 1/58 ਗ੍ਰੀਨਸ ਰੋਡ, ਡੈਂਡੀਨੋਂਗ। ਫੋਨ ਨੰਬਰ ਹੈ 0387539993। ਵੈਲਕਮ ਟੂ ਅਕਵਾਇਰ ਰੀਅਲ ਐਸਟੇਟ। ਕੀ ਤੁਸੀਂ ਸਾਊਥ ਈਸਟਰਨ ਸਬਰਬਸ ਦੇ ਵਿੱਚ ਕੋਈ ਘਰ ਖਰੀਦਣਾ ਚਾਹੁੰਦੇ ਹੋ, ਜਾਂ ਰੈਂਟ ਕਰਨਾ ਚਾਹੁੰਦੇ ਹੋ, ਜਾਂ ਵੇਚਣਾ ਚਾਹੁੰਦੇ ਹੋ, ਤਾਂ ਤੁਸੀਂ ਅਕਵਾਇਰ ਰੀਅਲ ਐਸਟੇਟ ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹੋ। ਇੱਥੋਂ ਦਾ ਤਜਰਬੇਕਾਰ ਤੇ ਭਰੋਸੇਮੰਦ ਸਟਾਫ ਤੁਹਾਡੀ ਹੈਲਪ ਕਰਨ ਦੇ ਲਈ ਰੈਡੀਲੀ ਅਵੇਲੇਬਲ ਹੈ। ਤੇ ਅਸੀਂ ਸਾਊਥ ਮੈਲਬਰਨ ਤੋਂ ਸੋਰੈਂਟੋ ਤੱਕ 2008 ਤੋਂ ਸਾਰੇ ਘਰ ਵੇਚਦੇ, ਬਾਏ ਕਰਦੇ ਜਾਂ ਰੈਂਟ ਕਰਦੇ ਆ ਰਹੇ ਹਾਂ। ਹਜ਼ਾਰਾਂ ਹੀ ਕਸਟਮਰਸ ਦੇ ਨਾਲ ਸਾਡੇ ਭਰੋਸੇਮੰਦ ਅਤੇ ਲੌਂਗ ਟਰਮ ਰਿਲੇਸ਼ਨਸ਼ਿਪਸ ਬਣੇ ਨੇ। ਅਕਵਾਇਰ ਰੀਅਲ ਐਸਟੇਟ ਦੇ ਵਿੱਚ ਅਸੀਂ ਆਨਲਾਈਨ ਚੈਟ ਵੀ ਇੰਪਲੀਮੈਂਟ ਕੀਤੀ ਹੈਗੀ ਆ, ਜਿਹਦੇ ਨਾਲ 24/7 ਤੁਹਾਡੇ ਲਈ ਏਜੰਟਸ ਅਵੇਲੇਬਲ ਰਹਿਣਗੇ ਤੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਉਸੇ ਟਾਈਮ ਦਿੱਤੇ ਜਾਣਗੇ। ਸਾਊਥ ਈਸਟਰਨ ਸਬਰਬਸ ਦੀ ਰਗ ਨੂੰ ਜਾਣਨ ਵਾਲੇ ਅਕਵਾਇਰ ਰੀਅਲ ਐਸਟੇਟ ਨੂੰ ਤੁਸੀਂ ਅੱਜ ਹੀ ਕੰਟੈਕਟ ਕਰੋ 0397810088 ਦੇ ਉੱਤੇ, ਤੇ ਈਮੇਲ ਵੀ ਕਰ ਸਕਦੇ ਹੋ info@acquire.re ਦੇ ਉੱਤੇ। ਤੁਸੀਂ ਅੱਜ ਹੀ ਅਕਵਾਇਰ ਰੀਅਲ ਐਸਟੇਟ ਨੂੰ ਸੇਲਸ ਦੇ ਲਈ ਵਿਜ਼ਿਟ ਕਰ ਸਕਦੇ ਹੋ 126 ਨੇਪੀਅਨ ਹਾਈਵੇ, ਸੀਫਰਡ ਦੇ ਉੱਤੇ, ਜਾਂ ਰੈਂਟਲ ਲਈ ਵਿਜ਼ਿਟ ਕਰ ਸਕਦੇ ਹੋ
1/95 ਹਾਰਟਨੈਟ ਡਰਾਈਵ ਸੀਫਰਡ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਤੋਂ ਬਹੁਤ ਸਵਾਗਤ ਹੈ ਸਾਡੀ ਆਡੀਅנס ਦਾ ਪੰਜਾਬ ਟੀਵੀ ਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਗੈਸਟ ਦਾ। ਥੈਂਕ ਯੂ ਜੀ। ਤੇ ਜਿਵੇਂ ਅਜੇ ਜੀ ਤੇ ਅਰੁਣ ਜੀ ਅਸੀਂ ਗੱਲਬਾਤ ਕਰ ਰਹੇ ਸੀਗੇ, ਫ੍ਰੀਕੁਐਂਟਲੀ ਜਿਹੜੇ ਕੁਐਸਚਨ ਸਾਡੇ ਆਡੀਅנס ਵੱਲੋਂ ਹੀ ਸਾਨੂੰ ਭੇਜੇ ਗਏ ਸੀਗੇ, ਤੇ ਜਿਵੇਂ ਮੈਂ ਆਡੀਅנס ਨੂੰ ਵੀ ਕਹਿ ਰਹੀ ਸੀਗੀ, ਜੇ ਤੁਹਾਡੀ ਕੋਈ ਹੋਰ ਵੀ ਇਨਕੁਆਇਰੀ ਹੈ ਤਾਂ ਤੁਸੀਂ ਸਾਨੂੰ ਉਹ ਕੁਐਸਚਨ ਪੁੱਛ ਸਕਦੇ ਹੋ ਤੇ ਸਾਡੇ ਐਕਸਪਰਟ ਜਿਹੜੇ ਆ ਤੁਹਾਨੂੰ ਉਹਨਾਂ ਕੁਐਸਚਨਸ ਦਾ ਰਿਪਲਾਈ ਜਿਹੜਾ ਆ ਕਰ ਸਕਦੇ ਆ। ਪਰ ਜੇ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮਿਸ ਕਰਤਾ ਸਾਡਾ ਲਾਈਵ ਸੈਸ਼ਨ ਤਾਂ ਤੁਸੀਂ 0396021330 ਤੇ ਜਿਹੜਾ ਆ ਉਹਨਾਂ ਨੂੰ ਕਾਲ ਕਰਕੇ ਅਪਾਇੰਟਮੈਂਟ ਬਣਾ ਸਕਦੇ ਹੋ ਤੇ ਉਹਨਾਂ ਦੇ ਨਾਲ ਡਿਟੇਲ ਤੇ ਜਿਹੜੀ ਡਿਸਕਸ਼ਨ ਬਾਂਸਲ ਇਮੀਗ੍ਰੇਸ਼ਨ ਨਾਲ ਤੁਸੀਂ ਕਰ ਸਕਦੇ ਹੋ। ਸੋ ਮੈਂ ਹੁਣ ਚਲਦੀ ਹਾਂ ਅਰੁਣ ਜੀ ਵੱਲ ਜੀ। ਤੇ ਅਰੁਣ ਜੀ, ਅਸੀਂ ਗੱਲ ਕੀਤੀ ਸੀਗੀ ਐਜੂਕੇਸ਼ਨ ਦੀ, ਅਸੀਂ ਗੱਲ ਕੀਤੀ ਸੀਗੀ PR ਦੇ ਕੋਰਸਿਸ ਦੀ, ਹੁਣ ਆ ਜੀ ਅਸੀਂ ਟ੍ਰੇਡ ਕੋਰਸਿਸ ਦੀ ਕਿ ਕਿਹੜੇ ਜਿਹੜੇ ਟ੍ਰੇਡ ਕੋਰਸਿਸ ਨੇ ਸਟੂਡੈਂਟਸ ਨੂੰ ਜਿਹੜਾ ਆ ਉਹ ਅਪਲਾਈ ਕਰਨੇ ਚਾਹੀਦੇ ਨੇ ਤੇ ਉਹ ਕਿਹੜੇ ਹੋ ਸਕਦੇ ਨੇ? ਇਹ ਸਵਾਤੀ ਜੇ ਟ੍ਰੇਡ ਕੋਰਸਿਸ ਨੇ, ਸਭ ਤੋਂ ਮੋਸਟ ਪਪੂਲਰ ਹੈਗਾ ਕੁਕਰੀ ਕੋਰਸ ਜੀ, ਦੈਨ ਆਟੋਮੋਟਿਵ ਜੀ, ਫਿਰ ਪੇਂਟਿੰਗ, ਕਾਰਪੈਂਟਰੀ, ਕੈਬਿਨਟ ਮੇਕਰ, ਫਲੋਰ ਟਾਈਲਿੰਗ ਜੀ, ਵੈਲਡਿੰਗ, ਕਾਫੀ ਇਹ ਥੋੜੀ ਲਿਸਟ ਹੋਰ ਲੰਬੀ ਆ। ਇਹ ਸਾਰੇ ਟ੍ਰੇਡ ਕੋਰਸ ਨੇ ਜਿਹੜੇ ਕਾਫੀ ਜਿਹੜੇ ਸਟੂਡੈਂਟ ਅੱਜ ਕੱਲ੍ਹ ਕਰਦੇ ਨੇ ਜੀ। ਟ੍ਰੇਡ ਕੋਰਸ ਤੋਂ ਇਲਾਵਾ ਸੈਕੰਡ ਆਪਸ਼ਨ ਨਰਸਿੰਗ ਦੀ ਜੀ, ਇਹ ਮੈਂ ਹੁਣੇ ਪੁੱਛਣ ਲੱਗੀ ਸੀ ਕਿਉਂਕਿ ਟ੍ਰੇਡ ਕੋਰਸਿਸ ਦੀ ਆਪਣੀ ਜਗ੍ਹਾ ਇੰਪੋਰਟੈਂਸ ਆ ਤੇ ਨਰਸਿੰਗ ਦੀ ਆਪਣੀ ਜਗ੍ਹਾ, ਪਰ ਕਿਹੜਾ ਕੋਰਸ ਆ ਜਿਹੜਾ PR ਦੇ ਪਾਥਵੇ ਨੂੰ ਜਿਹੜਾ ਆ ਜਲਦੀ ਮੀਟ ਕਰਦਾ ਆ? ਸਭ ਤੋਂ ਪਹਿਲੀ ਚੀਜ਼ ਹੈਗੀ ਕਿ ਤੁਹਾਡੇ ਜਿਹੜੇ ਟ੍ਰੇਡ ਕੋਰਸਿਸ ਨੇ ਉਹ ਕਿਹਨੂੰ ਕਰਨਾ ਚਾਹੀਦਾ ਤੇ ਕਿਹਨੂੰ ਨਹੀਂ ਕਰਨਾ ਚਾਹੀਦਾ ਜੀ। ਟ੍ਰੇਡ ਕੋਰਸਿਸ ਅਸੀਂ ਰਿਕਮੈਂਡ ਕਰਦੇ ਜੇ ਤੁਹਾਡਾ ਇੰਟਰਸਟ ਟ੍ਰੇਡ ਕੋਰਸ ਦੇ ਵਿੱਚ ਹੈਗਾ ਤੇ ਕੱਲ੍ਹ ਨੂੰ ਤੁਹਾਨੂੰ ਜੋਬ ਓਪਰਚੁਨਿਟੀ ਉਹਦੇ ਵਿੱਚ ਮਿਲ ਸਕਦੀ ਆ ਤਾਂ ਹੀ ਤੁਹਾਨੂੰ ਟ੍ਰੇਡ ਕੋਰਸ ਨੂੰ ਪ੍ਰੈਫਰ ਕਰਨਾ ਚਾਹੀਦਾ ਜੀ। ਜੇ ਤੁਹਾਡਾ ਇੰਟਰਸਟ ਨਹੀਂ ਹੈਗਾ ਜੀ ਤਾਂ ਤੁਸੀਂ ਟ੍ਰੇਡ ਕੋਰਸ ਨੂੰ ਛੱਡ ਕੇ ਕੋਈ ਹੋਰ ਕੋਰਸਿਸ ਹੈਗੇ ਨੇ, ਇਹ ਨਰਸਿੰਗ ਕਰ ਸਕਦੇ ਹੋ, ਐਡਵਾਂਸ ਡਿਪਲੋਮਾ ਟੈਲੀਕਮਿਊਨੀਕੇਸ਼ਨ ਹੈਗਾ, ਸਿਵਲ ਡਰਾਫਟਸਮੈਨ, ਕਾਫੀ ਕੋਰਸਿਸ ਨੇ ਜਿਹੜੇ ਤੁਹਾਨੂੰ ਫਿਊਚਰ 'ਚ ਫਾਇਦਾ ਕਰ ਸਕਦੇ ਨੇ। ਤਾਂ ਇਹ ਮੇਨਲੀ ਡਿਪੈਂਡ ਹੈ ਕਿ ਤੁਹਾਡੇ ਇੰਟਰਸਟ ਤੇ ਤੁਹਾਨੂੰ ਕੱਲ੍ਹ ਨੂੰ ਇਹ ਜੋਬ ਕਿਸ ਦੇ ਵਿੱਚ ਮਿਲ ਸਕਦੀ ਹੈ ਕਿ ਨਹੀਂ ਮਿਲ ਸਕਦੀ। ਜੇ ਤੁਹਾਨੂੰ ਜੋਬ ਟ੍ਰੇਡ ਕੋਰਸ ਮਿਲ ਸਕਦੀ ਆ ਦੈਨ ਪ੍ਰੈਫਰ ਕਰਦੇ ਟ੍ਰੇਡ ਕੋਰਸ ਕਰੋ, ਜੇ ਨਹੀਂ ਤਾਂ ਜੇ ਤੁਹਾਡਾ ਇੰਟਰਸਟ ਨਰਸਿੰਗ ਦੇ ਵਿੱਚ ਹੈਗਾ ਤੇ ਤੁਹਾਡੇ 7 ਵਿੱਚ ਬੈਂਡ ਹੈਗੇ ਨੇ ਤਾਂ ਨਰਸਿੰਗ ਕੋਰਸ ਕਰਨਾ ਚਾਹੀਦਾ ਜੀ। ਤੇ ਜੇ ਨਰਸਿੰਗ ਆਪਾਂ ਨੂੰ ਸਟਾਰਟ ਕਰਨੀ ਹੋਵੇ ਤੇ ਸਾਨੂੰ ਮੈਟਰੋਪੋਲੀਟਨ ਏਰੀਆਜ਼ ਦੇ ਵੱਲ ਜਾਣਾ ਚਾਹੀਦਾ ਜਾਂ ਰੀਜਨਲ ਏਰੀਆਜ਼ ਦੇ ਵੱਲ ਜਿਹੜੀ ਹੈ ਕਮੈਂਸ ਕਰਨੀ ਚਾਹੀਦੀ ਹੈ? ਕਿਹੜੇ ਏਰੀਆਜ਼ ਦੇ ਵਿੱਚ ਜਿਹੜੀ ਹੈ ਸਾਨੂੰ ਕੋਰਸ ਜਿਹੜਾ ਪਰਸੂ ਕਰਨਾ ਚਾਹੀਦਾ? ਦੇਖੋ, ਇਹ ਨਰਸਿੰਗ ਇਸ ਟਾਈਮ ਜੇ ਆਪਾਂ ਵਿਕਟੋਰੀਆ ਦੀ ਗੱਲ ਕਰੀਏ, ਵਿਕਟੋਰੀਆ ਮੈਟਰੋਪੋਲੀਟਨ ਦੇ ਵਿੱਚ ਵੀ ਅਵੇਲੇਬਲ ਹੈਗੀ ਆ ਜੀ। ਆਪ ਨੂੰ ਜੁਲਾਈ ਇਨਟੇਕ, ਅਪ੍ਰੈਲ ਇਨਟੇਕ ਹੁਣੀ ਲਾਸਟ ਵੀਕ ਕਲੋਜ਼ ਹੋਇਆ ਤੇ ਹੁਣ ਜੁਲਾਈ ਇਨਟੇਕ ਹੈਗਾ ਜੀ। ਜੇ ਆਪਾਂ ਰੀਜਨਲ ਦੇ ਵਿੱਚ ਵਿਕਟੋਰੀਆ ਦੇ ਵਿੱਚ ਜਾਂਦੇ ਆ ਤਾਂ ਮੋਸਟ ਪ੍ਰੋਬਬਲੀ ਨੈਕਸਟ ਈਅਰ ਇਨਟੇਕ ਮਿਲੇਗਾ ਆਪਾਂ ਨੂੰ ਜੀ। ਠੀਕ ਹੈ ਜੀ। ਜੇ ਆਪਾਂ ਔਨ ਦੀ ਅਦਰ ਸਾਈਡ, ਜੇ ਹੁਣ ਸਪੋਜ਼ ਉਹਨੇ ਕਿ ਇਹ ਜਸਟ ਕਿ PR ਪਰਸਪੈਕਟਿਵ ਦੇ ਲਈ ਤੁਸੀਂ ਜਾ ਰਹੇ ਹੋ ਤਾਂ ਸਾਊਥ ਆਸਟ੍ਰੇਲੀਆ ਦੇ ਵਿੱਚ ਅੱਜ ਕੱਲ੍ਹ ਨੈਕਸਟ ਈਅਰ ਦਾ ਇਨਟੇਕ ਅਵੇਲੇਬਲ ਆ ਜੀ, ਤਾਂ ਕੋਈ ਹੋਰ ਇਨਟੇਕ ਹੈ ਨਹੀਂਗਾ ਤੇ ਅਲੱਗ-ਅਲੱਗ ਯਾਨੀ ਕਿ ਡਿਫਰੈਂਟ ਇਨਟੇਕਸ, ਕਈ ਵਾਰ ਕੋਈ ਸੀਟ ਖਾਲੀ ਹੋ ਜਾਂਦੀ ਆ ਤਾਂ ਆਪਾਂ ਨੂੰ ਐਵਰੀ ਮੰਥ ਤੁਸੀਂ ਇੱਕ ਵਾਰ ਸਾਡੇ ਇੰਟਰਸਟ ਦੇ ਵਿੱਚ ਰਹੋ ਤਾਂ ਆਪਾਂ ਨਰਸਿੰਗ ਦੇ ਅਲੱਗ-ਅਲੱਗ ਇਨਟੇਕ ਮਿਲ ਸਕਦੇ ਨੇ ਕੋਈ ਨਾ ਕੋਈ ਜੀ। ਤੇ ਵਾਟ ਅਬਾਊਟ ਹਾਰਟੀਕਲਚਰ, ਤੁਸੀਂ ਰეკਮੈਂਡ ਕਰਦੇ ਹੋ ਕਿ ਸਟੂਡੈਂਟਸ ਨੂੰ ਜਿਹੜਾ ਇਹ ਵੀ ਜਿਹੜਾ ਕੋਰਸ ਓਪਟ ਕਰਨਾ ਚਾਹੀਦਾ ਹੈ ਪ੍ਰੋਫੈਸ਼ਨ? ਬਿਲਕੁਲ ਜੀ। ਦੇਖੋ, ਜੇ ਤੁਸੀਂ ਹੁਣ ਮੈਂ ਪਹਿਲਾਂ ਕਿਹਾ ਜੇ ਤੁਸੀਂ ਖੇਤੀਬਾੜੀ ਦੇ ਜਾਂ ਤੁਸੀਂ ਜਿਹੜੇ ਟ੍ਰੇਡ ਤੁਸੀਂ ਕੰਮ ਕਰ ਰਹੇ ਹੋ ਤੇ ਤੁਹਾਨੂੰ ਕੰਮ ਜੋਬ ਮਿਲ ਸਕਦੀ ਆ ਜੀ ਤਾਂ ਤੁਸੀਂ ਉਹ ਕੋਰਸ ਕਰੋ। ਸਪੋਜ਼ ਜੇ ਤੁਸੀਂ ਖੇਤੀਬਾੜੀ ਦਾ ਕੰਮ ਕਰ ਰਹੇ ਹੋ, ਜੇ ਤੁਹਾਡਾ ਇੰਟਰਸਟ ਵੀ ਹੈਗਾ ਤਾਂ ਹਾਰਟੀਕਲਚਰ ਇੱਕ ਚੰਗਾ ਕੋਰਸ ਹੈ ਕਿਉਂਕਿ TIV ਤੇ ACH ਵਧੀਆ ਕਾਲਜ ਹੈਗੇ ਨੇ, ਵਨ ਆਫ ਦੀ ਯਾਨੀ ਮੈਲਬਰਨ ਦੇ ਵਿੱਚ ਦੇ ਪ੍ਰੋਵਾਈਡ ਕਰ ਰਹੇ ਨੇ ਜੀ। ACH ਦਾ ਫਾਇਦਾ ਹੈ ਕਿ ਉਹ ਕੇਂਦਰ ਵਿੱਚ ਉਹਨਾਂ ਦੀ ਬ੍ਰਾਂਚ ਹੈਗੀ ਆ। TIV ਕਾਫੀ ਪੁਰਾਣੇ ਸਮੇਂ ਤੋਂ ਚੱਲੇ ਆ ਰਿਹਾ ਤੇ ਹਾਰਟੀਕਲਚਰ ਵਧੀਆ ਪ੍ਰੋਵਾਈਡ ਕਰ ਰਿਹਾ ਕੋਰਸਿਸ ਜੀ। ਤੇ ਕਿਉਂ ਨਾ ਕਮੈਂਟ ਵੱਲ ਵੀ ਜਾਇਆ ਜਾਵੇ। ਸ਼੍ਰੇਆਕ ਜੀ ਸਾਨੂੰ ਪੁੱਛ ਰਹੇ ਨੇ, ਹੈਲੋ ਸਰ, ਆਈ ਹੈਵ ਅਪਲਾਈਡ ਫॉर ਨਿਊ ਸਾਊਥ ਵੇਲ 190 ਵਿਦ 85 plus 5 points for ICT business analysis, currently residing in New South Wales, do I have any chances for an invite? Thank you. ਹਾਂਜੀ, ਚਾਂਸਿਸ ਹੈਗੇ ਨੇ ਜੀ। ਰੀਸੈਂਟਲੀ ਇਨਵਾਈਟ ਵੀ ਆਇਆ ਪਰ ਥੋੜੇ ਹਾਈ ਪੁਆਇੰਟ ਤੇ ਆਏ ਨੇ ਜੀ, ਤਾਂ ਉਮੀਦ ਕਰਦੇ ਹਾਂ ਸਾਲ ਦੇ ਐਂਡ ਤੱਕ ਉਹ ਇਹਨੂੰ ਥੋੜਾ ਇੰਪਰੂਵ ਕਰਨਗੇ, ਸ਼ਾਇਦ ਤੁਹਾਡਾ 90 ਪੁਆਇੰਟ ਤੇ ਵੀ ਇਨਵਾਈਟ ਆ ਜਾਏ ਜੀ। ਗੁੱਡ ਲੱਕ ਜੀ। ਤੇ ਇਸ ਦੇ ਨਾਲ ਹੀ ਹੁਣ ਅਸੀਂ ਗੱਲ ਕਰ ਰਹੇ ਹਾਂ PR ਦੀ, ਤੇ ਕਿਉਂ ਨਾ ਪੁੱਛਿਆ ਜਾਵੇ ਕਿ ਜਿਹੜੀ ਕਰੰਟ ਸਿਚੁਏਸ਼ਨ ਆ ਵਿਕਟੋਰੀਆ ਦੇ ਵਿੱਚ PR ਦੀ, ਸਟੂਡੈਂਟਸ ਜਿਹੜੇ ਨੇ ਜਿਹੜੇ PR ਪਾ ਰਹੇ ਨੇ ਉਹ ਕੀ ਜਿਹੜਾ ਆਪਣਾ ਫਿਊਚਰ ਦੇਖ ਸਕਦੇ ਨੇ, ਉਹਨਾਂ ਦਾ ਕੀ ਸਕੋਪ ਹੈ? ਵਿਕਟੋਰੀਆ ਦੇ ਵਿੱਚ ਇਸ ਸਾਲ ਥੋੜਾ ਜਿਹਾ ਉਹਨਾਂ ਨੇ ਧੱਕਾ ਹੀ ਕੀਤਾ ਜੀ। ਟ੍ਰੇਡ ਕੋਰਸਿਸ ਜਾਂ ਡਿਪਲੋਮਾ ਲੈਵਲ ਕੋਰਸਿਸ ਵਾਲੇ ਬੰਦੇ ਨੂੰ ਇਨਵਾਈਟ ਉਹਨਾਂ ਨੇ ਹਜੇ ਤੱਕ ਨਹੀਂ ਕੀਤਾ, ਸਿਰਫ ਪ੍ਰੋਫੈਸ਼ਨਲ ਲੈਵਲ ਤੇ ਉਹਨਾਂ ਨੇ ਆਪਣੇ। ਪਰ ਗੁੱਡ ਨਿਊਜ਼ ਇਹ ਵੀ IT ਵਾਲੇ ਬੰਦੇ ਵੀ ਇਨਵਾਈਟ ਕੀਤੇ ਨੇ, 190 ਦੇ ਲਈ ਇੰਜੀਨੀਅਰਸ ਵੀ ਇਨਵਾਈਟ ਕੀਤੇ ਨੇ ਜੀ, 491 ਦੇ ਲਈ ਵੀ ਡਿਫਰੈਂਟ ਆਕੂਪੇਸ਼ਨ ਜਿਹੜੇ ਵੀ ਕਰੋਨਾ ਦੇ ਵਿੱਚ ਰਿਸਪੌਂਸ ਅਸਿਸਟ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਨੇ ਇਨਵਾਈਟ ਕੀਤਾ ਜੀ, ਵਿਚ ਇਜ਼ ਅ ਵੈਰੀ ਗੁੱਡ ਸਾਈਨ।
ਪਰ ਅਸੀਂ ਉਮੀਦ ਕਰਦੇ ਹਾਂ ਜੁਲਾਈ ਤੋਂ ਬਾਅਦ ਜਦੋਂ ਪਲੈਨਿੰਗ ਲੈਵਲ ਦੇ ਵਿਲ ਰਿਟਰਨ ਟੂ ਨਾਰਮਲ, ਮਤਲਬ ਕਿ ਨਾਰਮਲ ਪਲੈਨਿੰਗ ਲੈਵਲ ਤੇ ਆ ਜਾਣਗੇ ਜੀ, ਤਾਂ ਉਸ ਤੋਂ ਬਾਅਦ ਉਹ ਆਪਣਾ ਥੋੜਾ ਜਿਹਾ ਇਹਨੂੰ ਸੌਖਾ ਕਰਨਗੇ। ਪਹਿਲਾਂ ਮੰਗੋ ਪਿਛਲੇ ਸਾਲ ਮੰਗੂ, ਤੇ ਉਹ ਟ੍ਰੇਡ ਕੋਰਸਿਸ ਤੇ ਹੋਰ ਆਕੂਪੇਸ਼ਨ ਜਿਹੜੇ ਜਿਵੇਂ ਡਿਪਲੋਮਾ ਆਫ ਨਰਸਿੰਗ ਆ ਉਹਨਾਂ ਨੂੰ ਵੀ ਇਨਵਾਈਟ ਕਰਨਾ ਸ਼ੁਰੂ ਕਰਨਗੇ ਜੀ। ਤੇ ਵਾਟ ਅਬਾਊਟ ਉਹਨਾਂ ਨੂੰ ਮੂਵ ਕਰਨਾ ਚਾਹੀਦਾ ਇੱਕ ਸਟੇਟ ਤੋਂ ਦੂਜੀ ਸਟੇਟ ਵਾਸਤੇ, ਜਾਂ ਉਹਨਾਂ ਨੂੰ ਜਿੱਥੇ ਹੈਗੇ ਉੱਥੇ ਹੀ ਰਹਿਣਾ ਚਾਹੀਦਾ ਆ? ਸਵਾਤੀ ਜੀ ਦੇਖੋ, ਡਿਪੈਂਡ ਕਰਦਾ ਤੁਹਾਡੀ ਆਕੂਪੇਸ਼ਨ ਦੇ ਉੱਤੇ ਜੀ, ਤੁਹਾਡੇ ਕੋਲ EMPLOYABILITY ਦੇ ਉੱਤੇ, EMPLOYABILITY ਦੇ ਚਾਂਸਿਸ ਦੇ ਉੱਤੇ, ਜਾਂ ਜਿਹੜੀ ਸਟੇਟ ਮੂਵ ਕਰ ਰਹੇ ਹੋ ਉਹਨਾਂ ਦੇ ਕੀ ਪ੍ਰੋਸਪੈਕਟ ਨੇ, ਉੱਥੇ ਤੁਹਾਨੂੰ ਕੀ ਸਪੋਰਟ ਮਿਲ ਰਹੀ ਹੈ ਜੀ। ਤਾਂ ਮੇਰੇ ਖਿਆਲ ਇਹਦਾ ਕੋਈ ਵਨ ਲਾਈਨ ਆਨਸਰ ਨਹੀਂ ਹੈਗਾ ਜੀ। ਹਰ ਇੱਕ ਬੰਦੇ ਦੀ ਸਿਚੁਏਸ਼ਨ ਆ ਜੀ, ਤੁਹਾਨੂੰ ਆਪਣੇ ਸਟਰੈਂਥ ਤੇ ਵੀਕਨੈਸ ਚੈੱਕ ਕਰੋ, ਠੀਕ ਹੈ ਜੀ, ਆਪਣੇ ਏਜੰਟ ਨਾਲ ਸਲਾਹ ਕਰੋ ਤੇ ਉਦੋਂ ਬਾਅਦ ਹੀ ਮੂਵ ਕਰੋ ਜੀ। ਸਾਡੇ ਕੋਲ ਆਏ ਨੇ ਜਿਵੇਂ ਹੁਣ ਜੀ, ਅੱਜ ਵੀ ਮੇਰੇ ਕੋਲ ਆਏ ਸੀਗੇ ਆਪਣੇ ਮੀਆਂ ਬੀਬੀ, ਉਹ ਕਹਿੰਦੇ ਜੀ ਸਾਨੂੰ ਕਿਹਾ ਗਿਆ ਤਸਮਾਨੀਆ ਚਲੇ ਜਾਓ ਜੀ ਜਾਂ ਰੀਜਨਲ ਚਲੇ ਜਾਓ, ਬਟ ਦੇ ਡੋਨਟ ਹੈਵ ਅ ਸਕਿੱਲ ਅਸੈਸਮੈਂਟ, ਤੇ ਜਿਹੜੀ ਉਹਨਾਂ ਦੀ ਕੁਆਲੀਫਿਕੇਸ਼ਨ ਸੀ ਉਹ ਸਕਿੱਲ ਅਸੈਸਮੈਂਟ ਨੂੰ ਵੀ ਲੀਡ ਨਹੀਂ ਕਰ ਰਹੀ ਜੀ। ਤਾਂ ਉਹ ਜੇ ਆਪਣੇ ਕੋਲ PR ਪਾਉਣ ਦੀ ਬੇਸਿਕ ਰਿਕੁਆਇਰਮੈਂਟ ਆ ਜੀ, ਮਿਨੀਮਮ ਰਿਕੁਆਇਰਮੈਂਟ 6 ਈਚ 65 ਪੁਆਇੰਟ ਤੇ ਸਕਿੱਲ ਅਸੈਸਮੈਂਟ ਜੀ। ਉਦੋਂ ਬਾਅਦ ਹੈ ਵੀ ਸਕਿੱਲ ਅਸੈਸਮੈਂਟ ਕਿਹੜੀ ਆਕੂਪੇਸ਼ਨ ਦੇ ਵਿੱਚ ਆ, ਪਰ ਜੇ ਆਪਣੇ ਕੋਲ ਬੇਸਿਕਲੀ ਜੇ ਇਹਨਾਂ ਤਿੰਨਾਂ ਚੋਂ ਇੱਕ ਰਿਕੁਆਇਰਮੈਂਟ ਵੀ ਪੂਰੀ ਨਹੀਂ ਹੋ ਰਹੀ ਤਾਂ ਫਿਰ ਆਪਾਂ ਨੂੰ PR ਨਹੀਂ ਪੈ ਸਕਦੀ ਜੀ। ਤਾਂ ਪਹਿਲਾਂ ਆਪਣੀ ਮਿਨੀਮਮ ਰਿਕੁਆਇਰਮੈਂਟ ਪੂਰੀ ਕਰੋ ਜੀ, ਉਸ ਤੋਂ ਬਾਅਦ ਅਗਲੀ ਗੱਲ ਹੈ ਵੀ ਤੁਸੀਂ ਕਿੱਥੇ ਮੂਵ ਹੋਣਾ, ਉੱਥੇ ਜਾ ਕੇ ਕੀ ਕਰਨਾ ਜੀ। ਜੀ ਬਿਲਕੁਲ ਜੀ। ਤੇ ਅਰੁਣ ਜੀ, ਅਸੀਂ ਗੱਲ ਕਰ ਰਹੇ ਸੀ ਹਾਰਟੀਕਲਚਰ ਦੀ। ਜੇ ਅਸੀਂ ਕੋਈ ਸਟੂਡੈਂਟ ਹਾਰਟੀਕਲਚਰ ਜਿਹੜਾ ਆ ਕੋਰਸ ਨੂੰ ਪਰਸੂ ਕਰਦਾ ਆ, ਤੇ ਉਹਦੇ ਕੀ ਬੈਨੀਫਿਟਸ ਹੋਣਗੇ ਤੇ ਉਸ ਨੂੰ ਸਟੇਟ ਜਿਹੜੀ ਆ ਮੂਵ ਕਰਨੀ ਪਊਗੀ ਉਹਦੇ ਵਾਸਤੇ? ਦੇਖੋ ਜੀ, ਹਾਰਟੀਕਲਚਰ ਸਭ ਤੋਂ ਪਹਿਲੀ ਚੀਜ਼ ਹੈ, ਤੁਸੀਂ ਹਾਰਟੀਕਲਚਰ ਅੱਜ ਕੱਲ੍ਹ ਹਰੇਕ ਸਟੇਟ ਵਿੱਚ ਅਵੇਲੇਬਲ ਹੈਗੀ ਆ ਜੀ, ਪਰ ਇਹ ਮੋਸਟ ਪਪੂਲਰ ਹੈਗੀ ਆ ਕੇਨਸ ਦੇ ਵਿੱਚ। ਹਾਰਟੀਕਲਚਰ ਕਾਫੀ ਜ਼ਿਆਦਾ ਸਟੂਡੈਂਟਸ ਕਰਦੇ ਨੇ ਤੇ ਪ੍ਰੈਫਰ ਕਰਦੇ ਨੇ, ਕਿਉਂਕਿ ਮੋਸਟਲੀ ਆਸਟ੍ਰੇਲੀਆ ਕਾਫੀ ਖੇਤੀਬਾੜੀ ਉੱਥੇ ਹੁੰਦੀ ਆ ਤੇ ਕਾਫੀ ਖੇਤ ਨੇ, ਤੇ ਕੁਝ ਕਾਲਜ ਵਧੀਆ ਉੱਥੇ ਵੀ ਹੈਗੇ ਨੇ ਜੀ। ਹੁਣ ਸਪੋਜ਼ ਜੇ ਤੁਸੀਂ ਹਾਰਟੀਕਲਚਰ ਪੰਗਾ ਕੀ ਹੈ, ਹਾਰਟੀਕਲਚਰ ਦੇ ਵਿੱਚ ਤੁਹਾਨੂੰ TR ਅਪਲਾਈ ਨਹੀਂ ਤੁਸੀਂ ਕਰ ਸਕਦੇ ਜੀ, ਠੀਕ ਹੈ। ਤਾਂ ਹਾਰਟੀਕਲਚਰ ਇਹ ਜਾਂ ਤਾਂ ਉਹ ਕਰਦੇ ਨੇ ਜਿਹੜੇ ਮਾਸਟਰ ਦੇ ਨਾਲ ਸਟੱਡੀ ਜਾਂ ਬੈਚਲਰ ਨਾਲ ਸਟੱਡੀ ਕਰ ਲੈਂਦੇ ਨੇ, ਜਾਂ ਆਪਣੀ TR ਅਪਲਾਈ ਕਰ ਚੁੱਕੇ ਨੇ ਤੇ ਉਹਦੇ ਨਾਲ ਕਰਨਾ ਚਾਹੁੰਦੇ ਨੇ, ਠੀਕ ਹੈ। ਨਹੀਂ ਤਾਂ ਫਿਰ ਇਹ ਜਿਨ੍ਹਾਂ ਦੇ ਡਾਮਾ ਵਗੈਰਾ ਅਲੱਗ-ਅਲੱਗ ਆਕੂਪੇਸ਼ਨ ਨੇ ਅੱਗੇ, ਜਿਹਦੇ ਵਿੱਚ ਉਹ ਆਪਣੇ PR ਪੈਥਵੇ ਫੋਲੋ ਕਰ ਸਕਦੇ ਨੇ ਜੀ। ਜਨਰਲ ਸਕਿਲਡ ਮਾਈਗ੍ਰੇਸ਼ਨ ਹਾਰਟੀਕਲਚਰ ਦੇ ਵਿੱਚ ਮਿਲਣੀ ਥੋੜੀ ਜਿਹੀ ਔਖੀ ਹੈ ਜੀ, ਤਾਂ ਅਨਲੈਸ ਵੀ ਜੇ ਤੁਸੀਂ ਜਿਵੇਂ ਅਰੁਣ ਨੇ ਕਿਹਾ ਮਾਸਟਰ ਦੇ ਨਾਲ ਕਰ ਰਹੇ ਹੋ, ਜਾਂ ਤੁਸੀਂ ਪਹਿਲਾਂ ਹੀ ਉਹ ਫੀਲਡ ਵਿੱਚ ਕੰਮ ਕਰ ਰਹੇ ਹੋ, ਠੀਕ ਹੈ, ਤੁਹਾਡੇ ਕੋਲ ਪ੍ਰਾਇਰ ਐਕਸਪੀਰੀਅੰਸ ਹੈਗਾ, ਤਾਂ ਤੁਸੀਂ ਉਹਨੂੰ ਆਪਣੀ ਸਕਿੱਲਸ ਨੂੰ ਇੰਪਰੂਵ ਕਰ ਰਹੇ ਹੋ ਹਾਰਟੀਕਲਚਰ ਦਾ ਕੋਰਸ ਕਰਕੇ, ਉਹਨਾਂ ਲਈ ਤਾਂ ਥੋੜਾ ਬੈਨੀਫਿਟ ਹੈ ਜੀ। ਪਰ ਜੇ ਤੁਸੀਂ ਹੌਲੀ ਸਿਰਫ ਇੱਕ ਹਾਰਟੀਕਲਚਰ ਕਰ ਰਹੇ ਹੋ, ਜਿਵੇਂ ਕੁਕਰੀ ਕਰਦੇ ਹੋ ਤੇ ਉਦੋਂ ਬਾਅਦ TR ਬਾਰੇ ਸੋਚ ਰਹੇ ਹੋ, ਤਾਂ ਹਾਰਟੀਕਲਚਰ ਮੇ ਨਾਟ ਬੀ ਦਾ ਰਾਈਟ ਆਪਸ਼ਨ ਜੀ। ਤੇ ਅਸੀਂ ਹੁਣ TR ਦੀ ਹੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ TR ਕੀ ਹੋਇਆ ਕਿ ਪੈਂਡੈਮਿਕ ਦੇ ਕਾਰਨ ਕਈ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਆਪਣੀ TR ਨੂੰ ਜਿਹੜਾ ਹੈ ਵੇਸਟ ਕੀਤਾ ਆ, ਉਹਨਾਂ ਵਾਸਤੇ ਕੋਈ ਆਪਸ਼ਨ ਹੈ ਜਾਂ ਸਟੂਡੈਂਟ ਵੀਜ਼ਾ ਹੀ ਜਸਟ ਆਪਸ਼ਨ ਉਹਨਾਂ ਵਾਸਤੇ? ਜੇ ਕੋਈ ਅਨਦਰ ਆਪਸ਼ਨ ਆ ਤੇ ਉਹ ਕੀ ਹੈਗੀ ਉਹਨਾਂ ਵਾਸਤੇ? ਨਹੀਂ, ਇਕੱਲਾ ਸਟੂਡੈਂਟ ਵੀਜ਼ਾ ਇਕੱਲੀ ਆਪਸ਼ਨ ਨਹੀਂ ਹੈਗੀ ਜੀ, ਉਹਨਾਂ ਦੇ ਲਈ ਹੋਰ ਵੀ ਵੀਜ਼ੇ ਨੇ, ਐਮਪਲੋਇਰ ਸਪਾਂਸਰ ਵੀਜ਼ਾ ਜੀ, ਟ੍ਰੇਨਿੰਗ ਵੀਜ਼ਾ ਹੈਗਾ, ਆਪਣਾ ਕੋਵਿਡ ਵੀਜ਼ਾ ਵੀ ਇੱਕ ਵਨ ਆਫ ਦਾ ਆਪਸ਼ਨਸ ਆ ਜੀ। ਤਾਂ ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਦੇ ਉੱਤੇ, ਤੁਹਾਡੇ ਕੋਲ ਵਰਕ ਐਕਸਪੀਰੀਅੰਸ ਦੇ ਉੱਤੇ, ਉਹਦੇ ਹਿਸਾਬ ਨਾਲ ਤੁਸੀਂ ਆਪਣਾ ਅੱਗੇ ਫਰਦਰ ਪਾਥ ਚੂਜ਼ ਕਰ ਸਕਦੇ ਹੋ। ਸਟੂਡੈਂਟ ਵੀਜ਼ਾ ਇੱਕ ਸੌਖਾ ਤਰੀਕਾ ਜੀ, ਤਕਰੀਬਨ ਹਰ ਇੱਕ ਬੰਦੇ ਦੀ ਐਲੀਜੀਬਿਲਟੀ ਬਣੀ ਜਾਂਦੀ ਆ, ਤਾਂ ਇਸ ਕਰਕੇ ਮੋਸਟਲੀ ਉਸ ਤੇ ਇੱਕ ਫਲੈਕਸੀਬਿਲਿਟੀ ਰਹਿੰਦੀ ਹੈ ਜੀ। ਤਾਂ ਸਪੋਜ਼ ਕਰੋ ਤੁਸੀਂ ਅੱਜ ਜੇ ਐਮਪਲੋਇਰ ਸਪਾਂਸਰ ਵੀਜ਼ਾ ਪਾ ਲਿਆ, ਤਾਂ ਤੁਸੀਂ ਆਪਣੀ ਜੌਬ ਨਹੀਂ ਚੇਂਜ ਕਰ ਸਕਦੇ, ਐਮਪਲੋਇਰ ਨਹੀਂ ਚੇਂਜ ਕਰ ਸਕਦੇ, ਸਟੇਟ ਨਹੀਂ ਚੇਂਜ ਕਰ ਸਕਦੇ, ਬਟ ਜੇ ਤੁਸੀਂ ਸਟੂਡੈਂਟ ਵੀਜ਼ਾ ਪਾ ਲੈਂਦੇ ਹੋ ਤਾਂ ਤੁਹਾਡੇ ਕੋਲ ਫਲੈਕਸੀਬਿਲਿਟੀ ਰਹਿੰਦੀ ਆ ਮੂਵਮੈਂਟ ਦੀ, ਤੁਹਾਡੇ ਕੋਲ ਲਿਮਿਟਡ ਵਰਕ ਰਾਈਟਸ ਵੀ ਰਹਿੰਦੇ ਨੇ ਜੀ। ਤਾਂ ਇਸ ਕਰਕੇ ਸਟੂਡੈਂਟ ਵੀਜ਼ਾ ਥੋੜਾ ਜ਼ਿਆਦਾ ਚੂਜ਼ ਕੀਤਾ ਜਾਂਦਾ, ਬਟ ਇਹ ਦਿਸ ਇਜ਼ ਨਾਟ ਦਾ ਓਨਲੀ ਆਪਸ਼ਨ ਜੀ। ਤੇ 407 ਤੇ 408 ਹਾਂਜੀ, ਇਹ ਕਿਹੜਾ ਵੀਜ਼ਾ ਹੈ? ਤੇ ਨਾਲੇ ਇਹ ਰਿਲੇਟ ਕਰਦਾ ਹੈ ਕਿ ਜਿਹੜੇ ਸਟੂਡੈਂਟਸ ਆਪਣਾ TR ਦਾ ਜਿਹੜਾ ਟਾਈਮ, ਪ੍ਰੈਸ਼ੀਅਸ ਟਾਈਮ ਜਿਹੜਾ ਸੀ ਲੋਸਟ ਕਰ ਚੁੱਕੇ ਆ ਪੈਂਡੈਮਿਕ ਕਾਰਨ, ਕੀ ਉਹ ਇਸ ਵੀਜ਼ੇ ਵੱਲ ਮੂਵ ਕਰ ਸਕਦੇ ਨੇ? 408 ਦੇ ਵਿੱਚ ਦਾ ਜੀ ਟੈਂਪਰੇਰੀ ਐਕਟੀਵਿਟੀ ਵੀਜ਼ਾ ਜੀ, ਹੁਣ ਇਹਦੇ ਵਿੱਚ ਜਿਹੜਾ ਮੇਨ 408 ਪੈ ਰਿਹਾ ਜੀ ਕੋਵਿਡ ਵੀਜ਼ਾ ਪੈ ਰਿਹਾ ਜੀ। ਤਾਂ ਬੇਸਿਕਲੀ ਜਿਹੜੇ ਬੰਦਿਆਂ ਕੋਲ ਜਿਹੜੇ ਐਗਰੀਕਲਚਰ, ਹੈਲਥ ਕੇਅਰ ਸੈਕਟਰ, ਚਾਈਲਡ ਕੇਅਰ, ਕੁਝ ਕੁ ਸੈਕਟਰ ਜਿਹੜੇ ਗਵਰਨਮੈਂਟ ਨੇ ਅਸਾਈਨ ਕੀਤੇ ਨੇ ਉਹਦੇ ਵਿੱਚ ਕੰਮ ਕਰ ਰਹੇ ਨੇ ਜੀ, ਉਹ ਅਪ ਟੂ 12 ਮੰਥਲੀ ਇਹ 408 ਵੀਜ਼ਾ ਪਾ ਸਕਦੇ ਨੇ ਜੀ। ਜਾਂ ਦੂਸਰੇ ਬੰਦੇ ਜਿਨ੍ਹਾਂ ਕੋਲ ਹੋਰ ਕੋਈ ਵੀਜ਼ੇ ਦੀ ਆਪਸ਼ਨ ਨਹੀਂ ਹੈਗੀ, ਸਪੋਜ਼ ਕਰੋ ਉਹਦੀ ਵੀਜ਼ਾ ਐਕਸਪਾਇਰੀ ਡੇਟ ਨਿਕਲ ਚੁੱਕੀ ਹੈ ਤੇ ਉਹ ਇਲੀਗਲ ਹੋ ਚੁੱਕੇ ਨੇ, ਤਾਂ ਵਿਦਿਨ 28 ਡੇਜ਼ ਉਹ 408 ਵੀਜ਼ਾ ਪਾ ਕੇ ਆਪਣਾ ਸਟੇਟਸ ਲੀਗਲਾਈਜ਼ ਕਰ ਸਕਦੇ ਨੇ। ਪਰ ਜੇ ਤੁਹਾਡੇ ਕੋਲ ਸਬਸਟੈਂਟਿਵ ਵੀਜ਼ਾ ਹੈਗਾ ਤੇ ਤੁਸੀਂ ਇਹਨਾਂ ਸੈਕਟਰ ਜਿਹੜੇ ਗਵਰਨਮੈਂਟ ਉਹਨਾਂ 'ਚ ਕੰਮ ਨਹੀਂ ਕਰ ਰਹੇ, ਤਾਂ 408 ਵੀਜ਼ਾ ਤੁਹਾਡੇ ਲਈ ਆਪਸ਼ਨ ਨਹੀਂ ਹੈਗੀ ਜੀ। ਤਾਂ ਇਹਨੂੰ ਰਿਸਕ ਨਾ ਲਿਆ ਜਾਵੇ, ਕਿਉਂਕਿ ਗਵਰਨਮੈਂਟ ਇਜ਼ ਗੈਟਿੰਗ ਲਿਟਲ ਬਿਟ ਸਟ੍ਰਿਕਟ। ਪਹਿਲਾਂ ਲੀਨੀਅੰਟ ਸੀ ਜੀ, ਹੁਣ ਥੋੜੇ ਜਿਹੇ ਸਟ੍ਰਿਕਟ ਹੋ ਰਹੇ ਨੇ ਜਿਸ ਵੀਜ਼ੇ ਦੇ ਲਈ। ਉਸ ਤੋਂ ਇਲਾਵਾ ਟ੍ਰੇਨਿੰਗ ਵੀਜ਼ਾ ਜੀ,
ਟ੍ਰੇਨਿੰਗ ਵੀਜ਼ੇ ਦੇ ਵਿੱਚ ਡਿਫਰੈਂਟ ਆਕੂਪੇਸ਼ਨ ਨੇ ਜੀ। ਮੋਸਟਲੀ ਜਿਹੜਾ ਆਪਣੇ TR ਤੋਂ ਬਾਅਦ ਜਿਹੜੇ ਬੰਦੇ ਐਲੀਜੀਬਲ ਹੁੰਦੇ ਨੇ ਜੀ, ਜਿਨ੍ਹਾਂ ਕੋਲ ਆਪਣੀ ਫੀਲਡ ਵਿੱਚ 1 ਸਾਲ ਦਾ ਐਕਸਪੀਰੀਅੰਸ ਹੈਗਾ, ਤਾਂ ਦੇ ਕੈਨ ਅਪਲਾਈ 407 ਅੰਡਰ ਦਾ ਕੈਟਾਗਰੀ ਆਕੂਪੇਸ਼ਨ ਟ੍ਰੇਨਿੰਗ ਟੂ ਐਨਹਾਂਸ ਯਰ ਸਕਿੱਲਸ। ਤਾਂ ਬੇਸਿਕਲੀ ਉਹ ਜਿੱਥੇ ਕੰਮ ਕਰ ਰਹੇ ਨੇ ਉਹ ਐਜ਼ ਅ ਨੋਮੀਨੀ ਉਹਨਾਂ ਸਪਾਂਸਰ ਅਪਲਾਈ ਕਰ ਸਕਦਾ। ਜਦੋਂ ਅਪਰੂਵ ਹੋ ਗਏ ਉਹਨਾਂ ਨੂੰ ਨਾਲ ਇੱਕ ਟ੍ਰੇਨਿੰਗ ਪਲਾਨ ਅਪਰੂਵ ਕਰਾਉਣਾ ਪੈਣਾ, ਜਿਹਦੇ ਵਿੱਚ ਉਹ ਡਿਟੇਲ ਦੱਸਣਗੇ ਵੀ ਜਿਹੜਾ ਆਪਣਾ ਵੀਜ਼ਾ ਐਪਲੀਕੈਂਟ ਹੈ ਉਹਨੂੰ ਕਿਹੜੀ ਚੀਜ਼ ਦੀ ਟ੍ਰੇਨਿੰਗ ਮਿਲੂਗੀ ਜੀ, ਤੇ ਉਹਦੀ ਸਕਿੱਲਸ ਕਿਵੇਂ ਇੰਪਰੂਵ ਹੋਣਗੀਆਂ। ਤਾਂ ਉਹਦੇ ਨਾਲ ਅਪ ਟੂ 1 ਸਾਲ ਜਾਂ 2 ਸਾਲ ਤੱਕ ਦਾ ਹੀ ਵੀਜ਼ਾ 407 ਮਿਲ ਸਕਦਾ ਜੀ। ਤਾਂ ਉਹ ਟਾਈਮ ਨੂੰ ਐਕਸਪੀਰੀਅੰਸ ਨੂੰ ਅੱਗੇ ਫਰਦਰ ਯੂਜ਼ ਵੀ ਕਰ ਸਕਦੇ ਨੇ ਜੀ। ਤੇ ਜੇ ਅਸੀਂ ਗੱਲ ਕਰਨੀ ਹੋਵੇ ਕਿ ਬੈਨੀਫਿਟਸ ਦੀ, ਜੇ ਕੋਈ ਸੋਸ਼ਲ ਵਰਕਰ ਦਾ ਜੇ ਕੋਰਸ ਹੋਵੇ ਜਾਂ ਕਮਿਊਨਿਟੀ ਵਰਕ ਦਾ ਕੋਰਸ ਹੋਵੇ ਅਰੁਣ ਜੀ, ਤੇ ਉਹ ਜੇ ਪਰਸਿਊ ਕੋਈ ਇੰਡੀਵਿਜੂਅਲ ਕਰਦਾ ਹੈ ਤੇ ਕੀ ਬੈਨੀਫਿਟਸ ਉਹਨੂੰ ਹੋ ਸਕਦੇ ਨੇ? ਹੁਣ ਦੇਖੋ ਸਵਾਤੀ, ਸੋਸ਼ਲ ਵਰਕ ਦਾ ਫਾਇਦਾ ਅੱਜਕੱਲ ਇਹ ਜੋ ਪ੍ਰਾਇੋਰਟੀ ਲਿਸਟ ਦੇ ਵਿੱਚ ਸ਼ਾਇਦ ਆ ਚੁੱਕਿਆ ਹੋ ਜੀ, ਤੇ ਸੋਸ਼ਲ ਵਰਕ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਆ ਜੀ। ਜੇ ਆਪਾਂ ਗੱਲ ਕਰੀ ਸੋਸ਼ਲ ਵਰਕ ਕੋਰਸ ਬੈਚਲਰ ਵੀ ਕਰ ਸਕਦੇ ਤੇ ਮਾਸਟਰ ਵੀ ਕਰ ਸਕਦੇ ਆਪਾਂ ਜੀ। ਜੇ ਤੁਸੀਂ ਮਾਸਟਰ ਦੀ ਗੱਲ ਕਰ ਤਾਂ ਥੋੜਾ ਇਹ ਜਿਹੜਾ ਬੈਚਲਰ ਦੀ ਬੈਕਗ੍ਰਾਉਂਡ ਆ ਉਹ ਥੋੜੀ ਰੈਲੇਵੈਂਟ ਹੋਵੇ ਤਾਂ ਤੁਹਾਨੂੰ ਬਿਨਾਂ ਬ੍ਰੀਜ਼ਿੰਗ ਕੋਰਸ ਤੋਂ ਤੁਸੀਂ ਸਿੱਧਾ ਮਾਸਟਰ ਕੋਰਸ ਸਟਾਰਟ ਕਰ ਸਕਦੇ ਹੋ ਜੀ। ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਪੋਜ਼ ਬ੍ਰੀਜ਼ਿੰਗ ਕੋਰਸ ਕਿੰਨੇ ਟਾਈਮ, ਜੇ ਤੁਸੀਂ ਬੈਚਲਰ ਆਫ ਅਕਾਊਂਟਿੰਗ ਕੀਤੀ ਹੋਈ ਆ ਜੀ ਤੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਮਾਸਟਰ ਸੋਸ਼ਲ ਵਰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਤੁਹਾਨੂੰ 8 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦਾ ਤੁਹਾਨੂੰ ਬੈਚਲਰ ਬ੍ਰੀਜ਼ਿੰਗ ਕੋਰਸ ਕਰਨਾ ਪਊਗਾ। ਉਸ ਤੋਂ ਬਾਅਦ ਤੁਸੀਂ ਆਪਣੀ ਮਾਸਟਰ ਆਫ ਸੋਸ਼ਲ ਵਰਕ ਕੰਟੀਨਿਊ ਕਰ ਸਕਦੇ ਹੋ ਤੇ ਜਿਸ ਤੋਂ ਬਾਅਦ ਕਿਉਂਕਿ ਜਿਹੜੇ ਵੀ ਇਹ ਕਾਲਜ ਨੇ ਜਿਵੇਂ ਇਹ ਕੈਪ ਹੈਗਾ, ਫੈਡਰੇਸ਼ਨ ਹੈਗੇ ਨੇ, ਇਹ ਐਕ੍ਰੈਡਿਟਡ ਕਾਲਜਸ ਨੇ ਜੀ, ਤੇ ਇਹਨਾਂ ਦੇ ਕਰਨ ਤੋਂ ਬਾਅਦ ਤੁਸੀਂ ਸਿੱਧਾ ਸੋਸ਼ਲ ਵਰਕਰ ਬਣ ਸਕਦੇ ਹੋ, ਤੁਹਾਡੀ ਸਕਿੱਲ ਅਸੈਸਮੈਂਟ ਹੋ ਸਕਦੀ ਆ ਜੀ। ਤੇ ਅੱਜਕੱਲ ਕਾਫੀ ਪਾਪੂਲਰ ਨੇ ਕਿਉਂਕਿ ਨਰਸਿੰਗ ਤੇ ਟ੍ਰੇਡ ਕੋਰਸ ਕਾਫੀ ਸਟੂਡੈਂਟ ਜਾਣ ਲੱਗ ਗਏ। ਸੋਸ਼ਲ ਵਰਕ ਘੱਟ ਲੋਕ ਪਹਿਲਾਂ ਪ੍ਰੈਫਰ ਕਰਦੇ ਸੀ, ਇਸ ਕਰਕੇ ਇਹਨਾਂ ਨੂੰ PMS ਲਿਸਟ ਦੇ ਵਿੱਚ ਪਾਤਾ ਤੇ ਹੁਣ ਕਰਨ ਦਾ ਫਾਇਦਾ ਅੱਗੇ ਹੈਗੇ ਇਸ ਨੂੰ ਜੀ। ਮੋਸਟਲੀ ਦੇਖਿਆ ਜਾਂਦਾ ਆ ਕਿ ਜਿਹੜੇ ਸਟੂਡੈਂਟਸ ਹੁੰਦੇ ਉਹਨਾਂ ਨੂੰ 20 ਆਵਰਸ ਹੀ ਅਲਾਉਡ ਹੁੰਦੇ ਆ, ਪਰ ਐਜ਼ ਅ ਵਰਕ ਐਕਸਪੀਰੀਅੰਸ ਉਹ ਕਿਵੇਂ ਜਿਹੜੇ ਆਪਣੇ ਆਵਰਸ ਨੇ ਉਹਨਾਂ ਨੂੰ ਕੈਲਕੂਲੇਟ ਕਰ ਸਕਦੇ ਨੇ? ਹਾਂਜੀ, ਵਰਕ ਐਕਸਪੀਰੀਅੰਸ ਖਾਸ ਕਰਕੇ ਜਰਨਲ ਸਕਿੱਡ ਮਾਈਗ੍ਰੇਸ਼ਨ ਦੇ ਲਈ 20 ਆਵਰ ਪਰ ਵੀਕ ਨੂੰ ਉਹ ਫੁੱਲ ਟਾਈਮ ਕੰਸੀਡਰ ਕੀਤਾ ਜਾਂਦਾ ਜੀ। ਜੇ ਤੁਹਾਡੇ ਕੋਲ 1 ਸਾਲ ਦਾ 20 ਘੰਟੇ ਪਰ ਵੀਕ ਦਾ ਐਕਸਪੀਰੀਅੰਸ ਆ, ਫॉर ਜਰਨਲ ਸਕਿੱਡ ਮਾਈਗ੍ਰੇਸ਼ਨ ਪਰਪਸਸ ਉਹਨੂੰ 1 ਸਾਲ ਦਾ ਹੀ ਮੰਨਿਆ ਜਾਊਗਾ। ਹਾਂ, ਪਰ ਜੇ EMPLOYER ਸਪਾਂਸਰ ਵੀਜ਼ੇ ਆਪਾਂ ਅਪਲਾਈ ਕਰਦੇ ਹਾਂ ਜੀ ਤਾਂ ਉਹਦੇ ਵਿੱਚ ਉਹਨੂੰ 20 ਆਵਰ ਪਰ ਵੀਕ ਨੂੰ ਪਾਰਟ ਟਾਈਮ ਮੰਨਿਆ ਜਾਂਦਾ ਜੀ, ਤੇ 38 ਜਾਂ 40 ਆਵਰ ਪਰ ਵੀਕ ਨੂੰ ਹੀ ਫੁੱਲ ਟਾਈਮ ਮੰਨਿਆ ਜਾਂਦਾ। ਤਾਂ ਤੁਸੀਂ ਜੇ ਸਪੋਜ਼ ਕਰੋ 1 ਸਾਲ 20 ਘੰਟੇ ਪਰ ਵੀਕ ਕੰਮ ਕਰਦੇ ਹੋ ਤਾਂ ਜਰਨਲ ਸਕਿੱਡ ਮਾਈਗ੍ਰੇਸ਼ਨ ਲਈ ਤੁਹਾਨੂੰ 5 ਪੁਆਇੰਟ ਮਿਲਣਗੇ ਜੀ, 1 ਸਾਲ ਦੇ ਪੁਆਇੰਟ ਮਿਲਣਗੇ। ਪਰ ਜੇ EMPLOYER ਸਪਾਂਸਰ ਵੀਜ਼ੇ ਲਈ ਜਦੋਂ ਆਪਾਂ ਕੰਸੀਡਰ ਕਰਾਂਗੇ ਜੀ ਤਾਂ ਉਹ 6 ਮਹੀਨੇ ਦਾ ਹੀ ਕੰਸੀਡਰ ਹੋਊਗਾ ਜੀ। ਜੀ ਬਿਲਕੁਲ ਜੀ। ਤੇ ਇਸ ਦੇ ਨਾਲ ਹੀ ਸਟੂਡੈਂਟ ਵੀਜ਼ੇ ਦੀ ਵੀ ਅਸੀਂ ਗੱਲ ਕਰ ਲਈ, ਕਿਉਂਕਿ ਮੈਂ ਰਿਵਾਈਜ਼ ਕਰ ਰਹੀ ਹਾਂ ਕਿਉਂਕਿ ਕੁਐਸਚਨ ਬਹੁਤ ਜ਼ਿਆਦਾ ਸੀਗੇ ਤੇ ਮੈਂ ਉਹਦੇ ਅਕੋਰਡਿੰਗ ਦੇਖ ਰਹੀ ਹਾਂ ਕਿ ਮੈਂ ਸਾਰੇ ਜਿਹੜੇ ਆ ਕਵਰ ਅਪ ਕਰ ਦਿੱਤੇ ਹੋਣ ਤਾਂ ਕਿ ਆਡੀਅנס ਵੱਲੋਂ ਫਿਰ ਕੋਈ ਵੀ ਜਿਹੜਾ ਆ ਨਾ ਸਾਨੂੰ ਮਿਲੇ ਕਿ ਸਾਡੇ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ। ਤੇ ਇੱਕ ਚੀਜ਼ ਡਿਫਰੈਂਸ ਪੁੱਛਣਾ ਸੀ, ਸਾਡੇ ਕੋਲ ਇੱਕ ਕੁਐਸਚਨ ਆਇਆ ਸੀਗਾ, ਉਹਨਾਂ ਨੇ ਬੜਾ ਦਿਲਚਸਪ ਜਿਹੜਾ ਕੁਐਸਚਨ ਸੀਗਾ ਕਿ ਕੀ ਡਿਫਰੈਂਸ ਆ ਵੀਜ਼ਾਸ ਦੇ ਵਿੱਚ 190, 182, 186 ਇਹਨਾਂ ਦੇ ਵਿੱਚ ਕੀ ਡਿਫਰੈਂਸ ਆ? 189 ਦੇਖੋ ਜਰਨਲ ਸਕਿੱਡ ਮਾਈਗ੍ਰੇਸ਼ਨ ਦੇ ਅੰਡਰ PR ਆ ਜੀ। 186 EMPLOYER ਸਪਾਂਸਰ ਵੀਜ਼ਾ ਜੀ, ਜੇ ਲਈ ਤੁਹਾਨੂੰ EMPLOYER ਚਾਹੀਦਾ। 189 ਲਈ ਜ਼ਿਆਦਾ ਪੁਆਇੰਟ ਚਾਹੀਦੇ ਨੇ ਜੀ। 482 ਇੱਕ ਟੈਂਪਰੇਰੀ ਵੀਜ਼ਾ ਜੀ। ਤਾਂ ਹਰ ਇੱਕ ਵੀਜ਼ਾ ਜੀ, ਹਰ ਇੱਕ ਵੀਜ਼ਾ ਆਪਣਾ ਪਰਪਸ ਆ, ਹਰ ਇੱਕ ਵੀਜ਼ੇ ਗ੍ਰਾਂਟ ਹੁੰਦਾ ਕ੍ਰਾਈਟੇਰੀਆ ਜੀ। ਤਾਂ ਬਟ ਆਈ ਥਿੰਕ ਆਪਣਾ ਗੋਲ ਹੈ ਜੀ PR ਲੈਣੀ, ਤਾਂ ਮੇਰੇ ਖਿਆਲ ਨਾਲ ਕਿਸੇ ਵੀ ਤਰੀਕੇ ਨਾਲ ਜੇ ਆਪਾਂ ਨੂੰ PR ਮਿਲਦੀ, ਆਈ ਥਿੰਕ ਦੈਟਸ ਵਾਟ ਇਟ ਮੈਟਰਸ ਜੀ। ਹਾਂਜੀ। ਤੇ ਜੇ ਤੁਸੀਂ ਇਹਨਾਂ ਹੀ ਵੀਜ਼ਾ ਬਾਰੇ ਵਿਸਤਾਰ ਦੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਜ਼ਰੂਰ ਕਾਲ ਕਰੋ, ਉਹ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਬੈਠੇ ਨੇ। ਤੇ ਅਜੇ ਜੀ ਹੋਰ ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਚੀਜ਼ ਜਿਹੜੀ ਆ ਜ਼ਰੂਰੀ ਅਪਡੇਟ ਜੇ ਤੁਸੀਂ ਸਾਡੀ ਆਡੀਅנס ਦੇ ਨਾਲ ਸਾਂਝੀ ਕਰਨਾ ਚਾਹੋ ਤਾਂ ਤੁਸੀਂ ਪਲੀਜ਼ ਇੱਕ ਵਾਰੀ ਜ਼ਰੂਰ ਉਹਨਾਂ ਦੇ ਨਾਲ ਸਾਂਝੀ ਕਰੋ। ਬਸ ਇਹੀ ਚੀਜ਼ ਕਹਿ ਰਹੇ ਹਾਂ ਜੀ ਵੀ ਆਪਣਾ ਇਹ ਥੋੜਾ ਜਿਹਾ ਔਖਾ ਟਾਈਮ ਚੱਲ ਰਿਹਾ ਜੀ, ਤਾਂ ਥੋੜੀ ਡੈਸਪਰੇਸ਼ਨ ਨਾ ਕਰੋ। ਜਿਵੇਂ ਕਿ ਸਾਨੂੰ ਬਹੁਤ ਇਨਕੁਆਰੀਆਂ ਨਿਊਜ਼ੀਲੈਂਡ ਦਾ ਵੀਜ਼ਾ, ਹੁਣ ਜੇ ਤੁਸੀਂ ਉਰੇ ਫੈਡਰਲ ਦੇ ਵਿੱਚੋਂ ਤਾਂ ਮੈਂ ਰਿਕਮੈਂਡ ਕਰਦਾ ਵੀ ਨਿਊਜ਼ੀਲੈਂਡ ਦਾ ਵੀਜ਼ਾ ਨਾ ਅਪਲਾਈ ਕੀਤਾ ਜਾਵੇ ਕਿਉਂਕਿ ਚਾਂਸਸ ਥੋੜੇ ਜਿਹੇ ਘੱਟ ਜਾਂਦੇ ਨੇ ਜੀ। ਹਾਂ, ਉਸ ਤੋਂ ਇਲਾਵਾ ਜੇ ਤੁਸੀਂ ਸ਼ਰਤਾਂ ਇੱਕ ਮਤਲਬ ਕਿ ਅਬਵ ਐਂਡ ਬਿਯੋਂਡ ਤੁਸੀਂ ਪੂਰੀਆਂ ਕਰਦੇ ਹੋ ਫਿਰ ਹੀ ਇਸ ਚੀਜ਼ ਬਾਰੇ ਕਰੋ। ਬਾਕੀ ਸਿੰਗਾਪੁਰ ਦੇ ਵਿੱਚ ਵੱਲੋਂ ਵੀ ਥੋੜੀ ਜੀ ਇੱਕ ਅਪਡੇਟ ਆਈ ਹੈ ਜੀ ਕਿ ਸਿੰਗਾਪੁਰ ਨੇ ਆਪਣਾ ਆਸਟ੍ਰੇਲੀਆ ਲਈ ਜਾਂ ਹੋਰ ਲੋਅਰ ਰਿਸਕ ਕੰਟਰੀਆਂ ਦੇ ਲਈ ਆਪਣੇ ਬਾਰਡਰ ਖੋਲ ਦਿੱਤੇ ਨੇ ਤੇ ਉੱਥੇ ਤੁਹਾਨੂੰ ਕੁਝ ਕੁ ਘੰਟਿਆਂ ਦਾ ਹੀ ਕੁਆਰੰਟਾਈਨ ਕਰਨਾ ਪੈਂਦਾ, ਤੇ ਜਦੋਂ ਤੁਹਾਡੀ ਕਰੋਨਾ ਦੀ ਰਿਪੋਰਟ ਨੈਗੇਟਿਵ ਆ ਜਾਂਦੀ ਉਹ ਤੁਹਾਨੂੰ ਅਲਾਉ ਕਰ ਦਿੰਦੇ ਨੇ ਜੀ ਆਪਣੀ ਕੰਟਰੀ ਦੇ ਵਿੱਚ। ਤਾਂ ਸਿੰਗਾਪੁਰ ਵੱਲੋਂ ਇੱਕ ਪਹਿਲ ਕੀਤੀ ਗਈ ਹੈ ਜਿਹਨੂੰ ਲੱਗ ਰਿਹਾ ਕਿ ਆਸਟ੍ਰੇਲੀਆ ਰੈਸਿਪਰੋਕੇਟ ਕਰੇਗਾ ਜੀ, ਕਿਉਂਕਿ ਨਿਊਜ਼ੀਲੈਂਡ ਤੋਂ ਬਾਅਦ ਸਿੰਗਾਪੁਰ ਹੀ ਇੱਕ ਇਹੋ ਜਿਹੀ ਕੰਟਰੀ ਹੈ ਜੀ ਜਿਹਦੇ ਨਾਲ ਟਰੈਵਲ ਬਬਲ ਖੋਲ੍ਹਣ ਬਾਰੇ ਅਟਕਲਾਂ ਲਾਈਆਂ ਜਾ ਰਹੀਆਂ ਤੇ ਗੱਲਬਾਤ ਚੱਲ ਰਹੀ ਆ। ਤਾਂ ਜੇ ਤੁਸੀਂ ਨਿਊਜ਼ੀਲੈਂਡ ਦਾ ਤੁਹਾਡਾ ਨਹੀਂ ਬਣਦਾ, ਥੋੜਾ ਸਬਰ ਕਰ ਲਓ ਜਦੋਂ ਸਿੰਗਾਪੁਰ ਨਾਲ ਖੁੱਲ੍ਹ ਗਿਆ, ਕਿਉਂਕਿ ਸਿੰਗਾਪੁਰ ਦਾ ਵੀਜ਼ਾ ਇੰਡੀਅਨ ਨੈਸ਼ਨਲ ਦੇ ਲਈ ਲੈਣਾ ਥੋੜਾ ਜਿਹਾ ਸੌਖਾ ਹੈ। ਤਾਂ ਜਦੋਂ ਸਿੰਗਾਪੁਰ ਖੁੱਲ੍ਹ ਗਿਆ ਤਾਂ ਤੁਸੀਂ ਸਿੰਗਾਪੁਰ ਟਰੈਵਲ ਕਰਕੇ ਸੈਕਸ਼ਨ 48 ਨੂੰ ਬਾਈਪਾਸ ਕਰ ਸਕਦੇ ਹੋ ਜੀ।
ਬਹੁਤ ਹੀ ਵਧੀਆ ਤੇ ਖੁਸ਼ਖਬਰੀ ਵਾਲੀ ਗੱਲ ਹੈ ਸਾਡੇ ਜਿਹੜੇ ਆ ਭੈਣ ਭਰਾ ਜਿਹੜੇ ਸਾਨੂੰ ਦੇਖ ਰਹੇ ਨੇ ਔਨਵਰਡਸ। ਤੇ ਅਰੁਣ ਜੀ, ਇਸ ਤੋਂ ਇਲਾਵਾ ਜੇ ਐਜੂਕੇਸ਼ਨ ਦੀ ਕੋਈ ਜਾਣਕਾਰੀ ਜੇ ਤੁਸੀਂ ਸਾਡੀ ਆਡੀਅנס ਤੱਕ ਪਹੁੰਚਾਉਣਾ ਚਾਹੋ ਜੀ। ਬਸ ਇਹੀ ਗੱਲ ਹੈ ਕਿ ਜਿਹੜਾ ਤੁਹਾਨੂੰ ਕੋਰਸ ਚੂਜ਼ ਕਰਨਾ ਉਹ ਧਿਆਨ ਨਾਲ ਚੂਜ਼ ਕਰਨਾ, ਤੇ ਜੇ ਤੁਸੀਂ ਕੋਈ ਵੀ ਕੋਰਸ ਜੇ ਤੁਸੀਂ ਦੇਖ ਰਹੇ ਹੋ ਤਾਂ ਪਹਿਲਾਂ ਇੱਕ ਕ੍ਰਾਈਕੋਸ ਦੀ ਸਾਈਟ ਤੇ ਆ ਕੇ ਚੈੱਕ ਕਰ ਲਓ ਕਿ ਕਿਹੜੇ ਕਾਲਜ ਕਿਹੜੇ ਕੋਰਸ ਹੀ ਪ੍ਰੋਵਾਈਡ ਕਰ ਰਹੇ ਨੇ ਜੀ। ਧੰਨਵਾਦ ਬਹੁਤ ਬਹੁਤ ਤੁਹਾਡਾ ਸਟੂਡੀਓ ਤੇ ਆ ਕੇ ਵੈਲਿਊਏਬਲ ਜਿਹੜੀ ਇਨਫੋਰਮੇਸ਼ਨ ਆ ਸਾਡੀ ਆਡੀਅנס ਤੱਕ ਪਹੁੰਚਾਉਣ ਵਾਸਤੇ। ਤੇ ਇੱਕ ਵਾਰ ਫਿਰ ਤੋਂ ਧੰਨਵਾਦ ਸਾਡੀ ਆਡੀਅנס ਦਾ। ਤੇ ਮੈਂ ਹੋਪ ਕਰਦੀ ਹਾਂ ਕਿ ਅਸੀਂ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਆ ਤੁਹਾਡੇ ਤੱਕ ਜਿਹੜੇ ਪਹੁੰਚਾ ਦਿੱਤੇ ਹੋਣ। ਜੇ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਕੁਝ ਰਹਿ ਗਿਆ ਹੋਵੇ ਤਾਂ ਪਲੀਜ਼ ਸਾਨੂੰ ਕਮੈਂਟ ਕਰੋ, ਤੇ ਜਿਹੜਾ ਵੀ ਸਾਡਾ ਅਗਲਾ ਸੈਸ਼ਨ ਹੋਏਗਾ ਤੁਸੀਂ ਸਾਨੂੰ ਜਿਹੜੇ ਕੁਐਸਚਨ ਆਪਣੇ ਜ਼ਰੂਰ ਪੁੱਛੋ। ਤੇ ਲੈਣੀ ਆ ਤੁਹਾਡੇ ਤੋਂ ਇਜਾਜ਼ਤ, ਮਿਲਦੀ ਹਾਂ ਅਗਲੀ ਵਾਰ ਇੱਕ ਨਵੇਂ ਟੌਪਿਕ ਦੇ ਨਾਲ। ਧੰਨਵਾਦ ਜੀ। ਇੰਡੀਆ ਦੀਆਂ ਖੂਬਸੂਰਤ ਯਾਦਾਂ ਨੂੰ ਯਾਦ ਕਰਾਉਂਦਾ ਹੋਇਆ ਵੀ ਪ੍ਰੈਜ਼ੈਂਟ ਮੈਮਰੀਜ਼ ਆਫ ਇੰਡੀਆ ਇੰਡੀਅਨ ਰੈਸਟੋਰੈਂਟ ਐਂਡ ਪਾਰਟੀ ਹਾਲ। ਬਹੁਤ ਹੀ ਖੂਬਸੂਰਤ ਡੈਕੋਰੇਸ਼ਨ ਐਂਡ ਇੰਟੀਰੀਅਰ ਸੀਟਿੰਗ ਐਂਡ ਵੈਲ ਟ੍ਰੇਨਡ ਸਟਾਫ ਲੈ ਕੇ ਆਏ ਨੇ ਮੈਮਰੀਜ਼ ਆਫ ਇੰਡੀਆ। ਮੈਮਰੀਜ਼ ਆਫ ਇੰਡੀਆ ਤੁਹਾਡੇ ਲਈ ਲੈ ਕੇ ਆਇਆ ਹੈ ਬ੍ਰੇਕਫਾਸਟ, ਲੰਚ ਐਂਡ ਡਿਨਰ। ਜੀ ਹਾਂ, ਇਟਸ ਓਪਨ ਫਰੋਮ 10 AM till 11 PM in the night time। ਵੈਜ ਨੌਨ ਵੈਜ ਥਾਲੀ ਦੇ ਨਾਲ ਨਾਲ ਇਹਨਾਂ ਦੀ ਸਪੈਸ਼ਲਿਟੀ ਹੈ ਅੰਮ੍ਰਿਤਸਰੀ ਕੁਲਚੇ, ਛੋਲੇ ਭਟੂਰੇ, all types of stuffed paranthas, gulab jamuns and hot jalebis. It's open from 10 AM till 11 PM and it's located in Raven Hall. ਐਂਡ ਉਹਨਾਂ ਨੂੰ ਤੁਸੀਂ ਬੁੱਕ ਕਰ ਸਕਦੇ ਹੋ ਕਿਸੇ ਵੀ ਪਾਰਟੀ ਹਾਲ ਲਈ ਅਪ ਟੂ 150 ਪੀਪਲ ਤੇ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਵੈਜ ਔਰ ਨਾਨ ਵੈਜ ਕੇਟਰਿੰਗ ਦੇ ਲਈ। ਐਂਡ ਬੱਚਿਆਂ ਲਈ ਇੱਕ ਸਪੈਸ਼ਲ ਪਲੇਗਰਾਉਂਡ ਜਿੱਥੇ ਤੁਹਾਡੇ ਬੱਚੇ ਫ੍ਰੀ ਪਲੇ ਦਾ ਆਨੰਦ ਉਠਾ ਸਕਦੇ ਨੇ। 200 ਕਾਰ ਪਾਰਕਿੰਗ, ਸਪੈਸ਼ਲ ਟੈਕਸੀ ਪਾਰਕਿੰਗਸ ਐਂਡ ਲੋਟਸ ਆਫ ਸਪੇਸ ਫॉर ਟਰੱਕਸ। ਇਹਨਾਂ ਸਾਰੀਆਂ ਸੁਵਿਧਾਵਾਂ ਦਾ ਆਨੰਦ ਉਠਾਉਣ ਲਈ ਅੱਜ ਹੀ ਵਿਜ਼ਿਟ ਕਰੋ। ਜੀ ਹਾਂ, ਮੈਮਰੀਜ਼ ਆਫ ਇੰਡੀਆ ਇਨ ਰੈਵਨ ਹਾਲ।